वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकाग्र करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है प्रसंग है। सतगुरु जी ने तरत लुकाई नूं सोध दिया 9 खंड पृथ्वी का उधार कर दिया बिशंबरपुर पटने विखे पहुंचना किया अते उथे सालस राय जौहरी दा अते उसदे घर दे नौकर अदरड़के दा उधार किया। उच्ची परमगत उन्होंने बख्शिश की, मंजी बख्शी और उन्होंने दुनिया के लोगों कोलों पूजा कराई। ये सतगुरु की बाणी विच दर्ज है। कई बारी साडे मन विच एक गल जरूर आउंदी है, बाबे ने जी, भाई ने जी, रागी ने जी, इन्हां दियां ते मौजां ही मौजां ने जी। और ये सच भी है। कोई मेरे वर्गा इस सेवा विच आके नहीं खुश हैगा तो ये उसकी बदकिस्मती है। दास की सेवा सी गुरुद्वारा सीसगंज साहब, दिल्ली का एक बहुत वड्डा पुलिस ऑफिसर जो सिख परिवार नाल संबंधित सी कहन लगा, ज्ञानी जी तुहाडे कोलों चाह पीनी है, एक कप चाह दा पियाओगे? मैं कहा क्यों 2 पियावांगे, तुसीं रोज आओ।
ਚਾਹ ਪੀਂਦਿਆਂ ਮੈਨੂੰ ਇੱਕ ਗੱਲ ਕਹਿੰਦਾ ਹੈ, ਕਹਿੰਦੇ ਤੁਸੀਂ ਬੜੇ ਭਾਗਾਂ ਵਾਲੇ ਹੋ, ਚੰਗੀ ਥਾਂ ਤੇ ਬਹਿੰਦੇ ਹੋ, ਚੰਗੇ ਲੋਕਾਂ ਨੂੰ ਮਿਲਦੇ ਹੋ, ਚੰਗੇ ਲੋਕ ਤੁਹਾਡੇ ਮੱਥੇ ਲੱਗਦੇ ਨੇ। ਸਾਡੀ ਕਹਿੰਦਾ ਕਿਸਮਤ ਵੇਖੋ, ਕਹਿੰਦਾ ਸਾਡੇ ਕੋਲ ਕਹਿੰਦਾ ਕ੍ਰਿਮੀਨਲ ਲੋਕ ਆਉਂਦੇ ਨੇ, ਕੁਝ ਆਪ ਆ ਜਾਂਦੇ ਨੇ, ਕਈਆਂ ਨੂੰ ਅਸੀਂ ਫੜ ਕੇ ਲਿਆਉਂਦੇ ਆ ਥਾਣੇ 'ਚ। ਕਹਿੰਦਾ ਵੀ ਕੁੱਟ ਕਟੀਜਾ ਚੀਕ ਚਕਾੜਾ ਪਿਆ ਹੀ ਰਹਿੰਦਾ ਹੈ। ਫਿਰ ਕਹਿੰਦਾ ਕਈ ਵਾਰੀ ਨੇਤਾਵਾਂ ਨਾਲ ਵੀ ਡਿਊਟੀ ਲੱਗ ਜਾਂਦੀ ਹੈ, ਪਰ ਇਹ ਸਾਨੂੰ ਪਤਾ ਵੀ ਹੁੰਦਾ ਕਿ ਉਹ ਅੰਦਰ ਬਹਿ ਕੇ ਗਲਤ ਕੰਮ ਕਰਦੇ ਨੇ। ਕਹਿੰਦਾ ਅਸੀਂ ਫਿਰ ਵੀ ਬੰਦੂਕ ਲੈ ਕੇ ਖਲੋਤੇ ਉਹਨਾਂ ਦੀ ਰਾਖੀ ਵਾਸਤੇ। ਕਹਿੰਦੇ ਤੁਸੀਂ ਜਿੱਥੇ ਬੈਠੇ ਇੱਥੇ ਦੀਨ ਦੁਨੀਆ ਦਾ ਪਾਤਸ਼ਾਹ ਹੈ, ਇਸ ਘਰ 'ਚ ਮਾੜੇ ਬੰਦੇ ਦਾ ਕੰਮ ਹੀ ਕੋਈ ਨਹੀਂ। ਗੁਰਦੁਆਰੇ 'ਚ ਮਾੜਾ ਆਦਮੀ ਕੀ ਕਰੇਗਾ? ਨਾ ਉਹਨੂੰ ਕੋਈ ਮਾੜੇ ਨੂੰ ਕੋਈ ਗੁਰਦੁਆਰੇ ਫੜ ਕੇ ਲਿਆਵੇ, ਤੇ ਨਾ ਹੀ ਮਾੜਾ ਬੰਦਾ ਖੁਦ ਗੁਰਦੁਆਰੇ ਆਵੇ। ਮਤਲਬ ਇੱਕ ਬੜਾ ਵੱਡਾ ਆਫੀਸਰ, ਉਹ ਆਪਣਾ ਵਿਊ ਦੱਸ ਰਿਹਾ ਹੈ ਕਿ ਗੁਰਦੁਆਰੇ ਦੇ ਵਿੱਚ ਕਹਿੰਦਾ ਨੌਕਰੀ ਤੁਸੀਂ ਵੀ ਕਰਦੇ ਹੋ, ਨੌਕਰੀ ਮੈਂ ਵੀ ਕਰਦਾ, ਅਸੀਂ ਵੀ ਕਰਦੇ ਹਾਂ। ਤੁਸੀਂ ਵੀ ਤਨਖਾਹ ਲੈਂਦੇ ਹੋ, ਤਨਖਾਹ ਅਸੀਂ ਵੀ ਲੈਂਦੇ ਹਾਂ। ਤੁਸੀਂ ਵੀ ਬੱਚੇ ਪਾਲਣੇ ਨੇ, ਬੱਚੇ ਹੀ ਅਸੀਂ ਪਾਲਣੇ ਨੇ। ਮਤਲਬ ਗੱਲ ਕਿੰਨੇ ਮਾਣ ਵਾਲੀ ਗੱਲ ਹੈ। ਪਰ ਇੱਕ ਸ਼ਰਤ ਹੈ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਨੇ ਉਹਨਾਂ ਦੀ ਸੇਵਾ ਦੁਨੀਆ ਤੋਂ ਕਰਾਈ ਹੈ। ਇਹ ਉਹਦੀ ਮਰਿਆਦਾ ਹੈ, ਇਹਨੂੰ ਕੌਣ ਰੋਕ ਸਕਦਾ ਹੈ? ਇਹਨੂੰ ਕੋਈ ਨਹੀਂ ਰੋਕ ਸਕਦਾ। ਦਰਬਾਰ ਸਾਹਿਬ ਦੇ ਇੱਕ ਸਿੰਘ ਸਾਹਿਬ ਚੜ੍ਹਾਈ ਕੀਤੇ ਕੱਲ, ਕਿੰਨਾ ਦੁਨੀਆ ਨੇ ਦੁੱਖ ਮਨਾਇਆ। ਮੈਂ ਕਹਿੰਦਾ ਕਿ ਇਸ ਦੀ ਨਿਸਬਤ ਕੋਈ ਪੰਜਾਬ ਦਾ, ਕੋਈ ਦਿੱਲੀ ਦਾ, ਕੋਈ ਬੰਬੇ ਦਾ ਅਰਬ ਖਰਬਪਤੀ ਕੋਈ ਵਪਾਰੀ ਮਰ ਜਾਂਦਾ, ਕਿੰਨੇ ਦੁੱਖ ਮਨਾਉਣਾ ਸੀ? ਕਿਸੇ ਨਹੀਂ ਸੀ ਮਨਾਉਣਾ। ਕਿਉਂਕਿ ਦੁਨੀਆ ਦੀ ਇੱਕ ਨੇਚਰ ਹੈ ਕਿ ਜਦੋਂ ਕੋਈ ਮਰਦਾ ਹੈ, ਅਵਰ ਮਰਤ, ਇਹ ਪੰਕਤੀ ਲਿਖਣੀ ਹੋਵੇ ਤੇ ਲਿਖ ਲੈਣਾ। ਮੈਂ ਬਹੁਤ ਵਾਰੀ ਬੋਲਦਾ, ਗੁਰੂ ਕੀ ਬਾਣੀ ਹੈ, ਅਵਰ ਮਰਤ ਮਾਇਆ ਮਨ ਤੋਲੇ। ਪਿਓ ਮਰੇ ਤੇ ਬੱਚੇ ਉਦੋਂ ਹੀ ਵਕੀਲ ਬਣਾ ਲੈਂਦੇ ਨੇ ਵੀ ਮੇਰੇ ਹਿੱਸੇ ਕਿੰਨੇ ਕਾਏ ਨੇ ਭਲਾ। ਹੁਣ ਜਦੋਂ ਅਗਲੇ ਪੈਸੇ ਵੰਡਣ ਲੱਗ ਗਏ, ਪਲਾਟ ਵੰਡਣ ਲੱਗ ਗਏ, ਕੋਠੀਆਂ ਫੈਕਟਰੀਆਂ ਵੰਡਣ ਲੱਗ ਗਏ, ਤੇ ਬਾਪੂ ਨੂੰ ਮੋਇਆ ਰੋਣਾ। ਇਹ ਤੇ ਤੀਜੇ ਚੌਥੇ ਦਿਨ ਅੱਜ ਕੱਲ੍ਹ ਭੋਗ ਜਿਵੇਂ ਪੈਂਦੇ ਨਾ ਪੈਣ, ਤੇ 17ਵੇਂ ਦਿਨ ਤੇ ਨਿਆਣੇ ਨਹੀਂ ਆਉਣਗੇ ਭੋਗ ਤੇ। 17 ਦਿਨਾਂ ਤੱਕ ਨਿਆਣੇ ਮੁੱਕਰ ਜਾਣਗੇ ਵੀ ਇਹ ਸਾਡਾ ਤੇ ਬਾਪੂ ਨਹੀਂ ਸੀਗਾ। ਇਹਦੇ ਪੇਪਰ ਹੀ ਸਾਰੇ ਵਿੰਗੇ ਟੇਢੇ ਛੱਡ ਗਏ, ਸਾਰੀ ਉਮਰ ਵਕੀਲਾਂ ਮਗਰ ਅਸੀਂ ਤੁਰੇ ਫਿਰਾਂਗੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਟਨੇ ਆਏ, ਸਾਲਸ ਰਾਏ ਜੌਹਰੀ ਦਾ ਉਧਾਰ ਕੀਤਾ। ਉਸ ਤੋਂ ਬਾਅਦ ਉਹਦੇ ਘਰ ਦੇ ਨੌਕਰ ਅਧਰਿੜਕੇ ਦਾ ਉਧਾਰ ਕੀਤਾ। ਸਾਲਸ ਰਾਏ ਜੌਹਰੀ ਦੇ ਕੋਲੋਂ ਅਧਰਿੜਕੇ ਨੂੰ ਮੱਥਾ ਟਕਵਾਇਆ। ਸਾਲਸ ਰਾਏ ਜੌਹਰੀ ਨੂੰ ਮੰਜੀ ਬਖਸ਼ੀ, ਨਾਲ ਹਦਾਇਤ ਕੀਤੀ ਕਿ ਇਹ ਮੰਜੀ ਤੇਰੀ ਪਿਤਾ ਪੁਰਖੀ ਨਹੀਂ ਹੈ, ਇਸ ਮੰਜੀ ਤੇ ਤੇਰੇ ਬੱਚੇ ਨਹੀਂ ਬੈਠਣਗੇ ਤੇਰੇ ਮਰਨ ਤੋਂ ਬਾਅਦ, ਕਿਉਂਕਿ ਤੇਰੀ ਉਮਰ ਜਿਹੜੀ ਉਹ 2 ਸਾਲ ਤੇ 7 ਮਹੀਨੇ ਬਾਕੀ ਹੈ। ਉਸ ਤੋਂ ਬਾਅਦ ਇਹ ਅਧਰਿੜਕਾ ਬੈਠੇਗਾ ਇਸ ਗੱਦੀ ਤੇ।
इथों गुरु नानक साहब पटना साहब तो अगे चले ने। हाँ जी। श्री गुर पनय चलो मरदाना, देखो सहल करो बिद नाना। गुरु नानक दे पिता जी कहन लगे मरदानिया चल भाई, जे तेरी इच्छा है भी होर अगे सैर करनी है तो चल अगे होर सैर करते हैं। इथों सतगुरु जी ने प्रस्थान किया। इथों पटने दी धरती तो सतगुरु जी अगे इस जगत जलंदे नूं ठारन वास्ते तुरे ने। हाँ जी। तेह पुरते होए बिदा पयाने, भगत जगत मह जिन प्रगटाने। ये वो गुरु नानक दे पिता महाराज ने जिन्हां ने जगत विच भगती नूं प्रगटाया है। साडी ते हालत बहुत पतली है। डॉक्टर नेकी कहंदे सी कि जेड़े लोग अखबार भी मंग के पढ़न, मेरी गल दा गुस्सा ना करना, जेड़े लोग अखबार मंग के पढ़न कहंदा उन्हां किताबां कदों पढ़नियां ने। जदों मैं छोटा जिहा सी ना उदों एक जोक सुणाउंदे हुंदे सी भी बस च अखबार वेचण आया तो चवानी दी अखबार, बंदे ने अखबार लई नहीं ते नाल दी सीट वाला कहन लगा भाजी एक वर्का मैनू दिया जे। जिहड़े मेरी उम्र के होणगे उन्होंने पता है लोग अखबार इदां पढ़ते होंदे सी। कहना जी एक एक पेज विचों मैनू दे दिओ। वो बंदे ने पहला अखबार वाल वेख्या, फिर अपने आप वाल वेख्या, फिर जिन्हें मंगी सी उहदे वाल वेख्या, फिर उन्हें चवानी जेब चों कड्ढी, कहंदा भरावा तू भी लै ला। भी मैं अपने पढ़न लई अखबार लई है तो मैं तो पढ़ी भी नहीं, तो तू अजे कहते पिंड बज्झा नहीं मंगते पहले ही आ गए। एक हकीकत है कि असी अखबार भी मंग के पढ़ते हैं। तुसीं की सोचते हो भी किताबां मुल लैके पढ़ांगे? डॉक्टर नेकी कहते कि मैं ऐतवार दे दिन गोल डाकखाने तो अगे गोल मार्केट वाले पासे खलो के एक एक सिख नूं जिहड़ा मत्था टेक के बंगला साहब तो वापस आ रहा, मैं पूछया भी कोई सिक्खी दी तुसीं किताब पढ़ी है? तो कहता बहुतिया ने मैनूं ये पूछया भी सिक्खी दीयां किताबां भी हैगियां ने। तो फिर दसो भी आपां किहनूं मन्नांगे? बड़ियां नूं मन्नांगे, होर किहनूं मन्नांगे? कबरां नूं मन्नांगे, जूड़े की थां ते गुत्त करांगे असीं, ते जिहड़ा रोकेगा ਉਹਦੇ फटे चकांगे असीं। तू कौन होना सानू रोकण वाला? असीं भावें निक्कर पा के आईए, पाटी पैंट पा के आईए, असीं भावें पिछे गुत्त करके आईए, जे यही हालात रहना तो इस तो भी कम थले जाएगा। मैं तो रोज बेनती करदा भी ऊड़ा पहला छड्ड दिता, जूड़ा हुण खोल लिया सी। ऊड़ा तो पहले ही छड्ड दिता, पंजाबी तो आउंदी नहीं सानू। थोड़ा बहुता जूड़ा हैगा सी सिर ते, वो भी चल जाना है। फिर कहने जी सिक्खी तो असी तो जी महाराज के घर नूं मनदे हां, असी महाराज के घर नूं वरतदे हां, मनदे नहीं हां। जे मनदे हुंदे तो साड़ियां झोलियां भरियां होंदियां, असी थां थां नहीं सी भटकना। जगत गुरु गुरु नानक साहब महाराज ने भगत जगत में जिन प्रगटाने, जगत गुरु गुरु नानक साहब ने बिल्कुल कोई कर्म कांड सिखा नूं नहीं दिता, ना श्राद्ध, ना नराते, ना होलियां, ना कंजकां, कुछ भी नहीं हैगा साडे च। साडे च ते है तौ प्रसाद भरम का नाश। कृपान कढ़ो, कृपान भेंट करो, छको।
हाँ एक जरूर है, सवेरे उठो, इशनान करो, बाणी पढ़ो, गुरुद्वारे जाओ, उत्थे भी बाणी सुनो, उठद्या बहद्या भी भाई जिन्ना हो सके उन्ना वाहिगुरू कहो। बाकी काम गलत नहीं करने, किरत जिहड़ी वो 10 नोहां दी करनी है। फिर वंड के भी छकना है, दसवंध भी कढ़ना है, गरीब की मदद भी करनी है, मजलूम की राखी भी करनी है। अगर कोई मजलूम है तो उसकी राखी भी करनी है तुसी। जे तुसी किसी की मदद नहीं करनी, हुण आ जिहड़ी सानू वडियाई मिली है कादी है कि असी लॉकडाउन दे विच लोकां नूं प्रशादा छकाया, किन्नी उस्तत हुई। मैं आप जी नूं दस्सिया सी भी NDTV वालियां ने मैनू भी अवार्ड दिता है कोविड वॉरीयर का, 1,11,000 रुपया भी दिता है। तो मेरे परिवार का ही फैसला सी, मेरे बेटे का कहन लगा पापा तू कल्ले ने थोड़ा काम किया, जिन्ने तेरे नाल स्टाफ सी ये पैसे उन्होंने सारिਆਂ ਨੂੰ बराबर वंडने चाहिए ने। तो जे आप करिए ही कुछ ना तो सानू सन्मान किन्ने देना है। हुण उदां ही तुसीं सलाह कर लो भी मैं तुहानू दे दियां तुसीं मैनू दे दिओ तो वक्री चीज़ है। पर दुनिया जे तुहानू वडियाई देवेगी तो सच्चे मार्ग चलदियां उस्तत करे जहान, सच दे मार्ग ते तुरोगे तो तुहानू दुनिया चंगा कवेगी, नहीं तो फिर अपने पैसों के आप ही रात को इश्तिहार छपवा लो, सवेरे अपनी फेसबुक ते पेस्ट कर लो, नहीं तो इदा ही हो रहा है। इनू कहते अपने मूँह मियाँ मिठो, अपनी उस्तत आप ही करो, तुसी कोई तो करेगा नहीं तुहाडी। जगत गुरु गुरु नानक साहब जिहड़े ने उन्हां दी वडियाई ये है कि तैं पुर ते होए बिदा पियाने भगत जगत मैं जिन प्रगटाने। गुरु नानक साहब ने दुनिया नूं सतनाम दा मंत्र दिता है, कोई होर मंत्र दिता ही नहीं। गुरु नानक दे घर विच कोई होर मंत्र नहीं हैगा। आप फिर पुछी जाने जी कोई पाठ दसो जी, पुछो पहला किहड़ा कीता है। ये तो चलो असी मूर्ख हाँ, एक दूजे का मूँह रख लैने आ, नहीं तो मेरे कई दोस्त है जी उन्होंने पूछिए ना कोई सेवा कहते पहला किहड़ी कीती हो। साडा एक सुभाव है ना पंजाबियों का, कोई सेवा दसो जी, कहता जी पहला कीती वो दस दे भी कीता तो पहला भी कुछ नहीं। जे तुसी जपजी पढ़िया हुंदा, जे तुसी सोदर पढ़ी हुंदी, जे सुखमनी पढ़िया हुंदा ते पुछण दी लोड़ नहीं सी पैनी विज्ञानी जी किहड़ा पाठ करिए। काम भरे जो सिमरी है ऐसा सिमरो नित। जे मतलब वेले गुरुद्वारे जाके रोना है तो रोज चलो खां, आपे बांह फड़ेगा। जे कम वेले शब्द पढ़ना है तो रोज बाणी पढ़ो, आपे कम रुकणगे ही नहीं भाई। ये सतगुरु की बाणी च लिखे है, जो जन तुमरी भगत करंते तिनके काज स्वारता, गोपाल तेरा आरता। जिहड़े तेरी भगती करते ने तू उन्हां दे काम सवारदा है। जिन जिन नाम ते आया तिनके काज सरे, उन्हां दे काम नहीं रुकदे। भगतां दे काम कदे नहीं रुकदे। भगतां दी सदा तू रखदा हर जीओ, धुर तू रखदा हाया, ये ओदा बिरद है। हाँ जी। गमने मार्ग मह गत दाई, कितक कोस पर पहुँचे जाई। इयों सतगुरु जी पटने तो अगे चले ने, मंजिल दर मंजिल सतगुरु जी सफर कर रहे ने। हाँ जी। आगे सागर को तट देखा, लगे जाए सो मश बस
ਬਸੇਖਾ। ਹੁਣ ਮੰਜ਼ਲ ਦਰ ਮੰਜ਼ਲ ਤੋਂ ਭਾਵ ਕੀ ਹੈ? ਤੁਸੀਂ ਪੈਦਲ ਵੀ ਚੱਲੋ ਤਾਂ ਵੀ ਤੁਹਾਡੀ ਇੱਕ ਮੰਜ਼ਲ ਹੈ। ਈਵਨ ਗੱਡੀ ਵੀ ਤੁਸੀਂ ਚਲਾਓਗੇ 2 3 4 ਘੰਟਿਆਂ ਬਾਅਦ ਤੁਹਾਨੂੰ ਰੁਕਣਾ ਪਵੇਗਾ। ਉਹ ਕੀ? ਉਹ ਤੁਹਾਡੀ ਮੰਜ਼ਿਲ ਹੈ। ਕਿ ਅਗਰ ਇੱਕ ਵਾਰੀ ਗੱਡੀ 'ਚ ਬੈਠੇ ਹੋ, ਇਹ ਤਾਂ ਹੋ ਨਹੀਂ ਸਕਦਾ ਵੀ 12 ਘੰਟੇ ਤੁਸੀਂ ਗੱਡੀ ਰੋਕੋਗੇ ਹੀ ਨਹੀਂ। ਦੇਖੋ ਸਾਡੇ ਤਾਂ ਜੇ ਮੁਲਕ ਬਹੁਤ ਪਿੱਛੇ ਹੈ ਨਾ, ਜਿਹੜੇ ਬੜੇ ਵਿਕਸਿਤ ਮੁਲਕ ਨੇ, ਐਸੇ ਵੀ ਮੁਲਕ ਹੈਗੇ ਨੇ ਜਿੱਥੇ ਪੂਰੀ ਪੂਰੀ ਰਾਤ ਜੰਗਲ ਹੀ ਜੰਗਲ ਹੈ। ਉੱਥੇ ਫਿਰ ਟਰੱਕਾਂ ਦੀ ਕਾਰਵਾਈ ਚੱਲਦੀ ਹੈ। ਹੁਣ ਉਹਨਾਂ ਲੋਕਾਂ ਨੇ ਵੀ ਫਿਰ ਰਸਤੇ ਵਿੱਚ ਐਸੀਆਂ ਜਗ੍ਹਾ ਬਣਾਈਆਂ ਨੇ ਜਿੱਥੇ ਤੁਸੀਂ ਤੇਲ ਪਵਾ ਸਕਦੇ ਹੋ, ਜਿੱਥੇ ਤੁਸੀਂ ਬਾਥਰੂਮ ਦੀ ਵਰਤੋਂ ਕਰ ਸਕਦੇ ਹੋ, ਜਿੱਥੇ ਤੁਸੀਂ ਕੋਈ ਫਾਸਟ ਫੂਡ ਖਾ ਸਕਦੇ ਹੋ, ਕੋਈ ਤੁਸੀਂ ਲੰਚ ਡਿਨਰ ਕਰ ਸਕਦੇ ਹੋ। ਬਕਾਇਦਾ ਉਹਨਾਂ ਨੇ ਰੋਡ ਦੇ ਉੱਤੇ ਪਲਾਜੇ ਐਸੇ ਬਣਾ ਦਿੱਤੇ ਨੇ ਜਿੱਥੇ ਨਹੀਂ ਹੈ, ਉੱਥੇ ਗਵਰਨਮੈਂਟ ਨੇ ਖੁਦ ਬਣਾਏ ਨੇ। ਸਾਨੂੰ ਵੀ ਪਤਾ ਹੈ, ਆਪਾਂ ਰਾਤ ਨੂੰ ਸੌਂਦੇ, ਸਾਨੂੰ ਨਹੀਂ ਪਤਾ ਵੀ ਕੰਟੀਨਿਊ ਇੱਕ ਬੰਦਾ ਕਿੰਨੇ ਘੰਟੇ ਸੌਂ ਸਕਦਾ ਹੈ। ਜਦੋਂ ਪੈਦਲ ਵੀ ਲੋਕ ਤੁਰਦੇ ਸੀ ਉਦੋਂ ਵੀ ਇੱਕ ਮੰਜ਼ਿਲ ਸੀ ਕਿ ਇੱਕ ਦਿਨ 'ਚ ਤੁਸੀਂ ਮੈਕਸਿਮਮ ਕਿੰਨਾ ਤੁਰ ਸਕਦੇ ਹੋ। ਉਹਨੂੰ ਸ਼ਬਦ ਇਤਿਹਾਸ ਨੇ ਇੱਕ ਮੰਜ਼ਿਲ ਦਿੱਤਾ ਹੈ। ਚੱਲਦੇ ਚੱਲਦੇ ਸਤਿਗੁਰੂ ਜੀ ਕਈ ਕੋਸ ਗਮਨੇ ਮਾਰਗ ਮੈਂ ਗਤ ਦਾਈ, ਕਿਤਕ ਕੋਸ ਪਰ ਪਹੁੰਚੇ ਜਾਈ। ਹੁਣ ਸਤਿਗੁਰੂ ਪਹੁੰਚੇ ਸਮੁੰਦਰ ਦੇ ਕੰਢੇ। ਹਾਂਜੀ। ਆਗੇ ਸਾਗਰ ਕੋ ਤਟ ਦੇਖਾ, ਲੱਗਿਓ ਜਾਹੇ ਸੋ ਮਛ ਬਸੇਖਾ। ਅੱਗੇ ਕੀ ਵੇਖਿਆ? ਕਿ ਅੱਗੇ ਸਮੁੰਦਰ ਹੈ। ਸਮੁੰਦਰ ਤੇ ਕੀ ਵੇਖਿਆ? ਕਿ ਸਮੁੰਦਰ ਦੇ ਕੰਢੇ ਇੱਕ ਮੱਛ ਹੈ, ਤੇ ਮੱਛ ਜਿਹੜਾ ਹੈ ਉਹ ਵੀ ਕਈ ਕੋਸ ਲੰਬਾ ਹੈ। ਇੱਥੇ ਭਾਈ ਵੀਰ ਸਿੰਘ ਨੇ ਇਹਦੇ ਅਰਥ ਵੀ ਕੀਤੇ ਨੇ, ਅੱਗੇ ਜਾ ਕੇ ਆਪਾਂ ਉਸ ਨੂੰ ਸੁਣਾਂਗੇ। ਉੱਥੇ ਇੱਕ ਬਹੁਤ ਲੰਬਾ ਮੱਛ ਵੇਖਿਆ ਪਾਣੀ ਦੇ ਵਿੱਚ, ਜਿਹਨੂੰ ਆਪਾਂ ਮਗਰਮੱਛ ਵੀ ਕਹਿ ਸਕਦੇ ਜਾਂ ਮੱਛ ਕਹਿ ਦਿਓ। ਹਾਂਜੀ। 35 ਕੋਸ ਹੁਤੋ ਬਿਸਤਾਰਾ, ਪੀਠ ਤਾਹੇ ਕੀ ਚੜੈ ਉਦਾਰਾ। ਹੁਣ ਉਸ ਮੱਛ ਦਾ ਜਿਹੜਾ ਆਕਾਰ ਹੈ ਉਹਨੂੰ ਕਵੀ ਜੀ ਕਹਿੰਦੇ 35 ਕੋਸ ਹੈ। ਸਤਿਗੁਰੂ ਜੀ ਉਹਦੇ ਉੱਤੇ ਚੜ੍ਹੇ, ਉਹਦੇ ਉੱਤੇ ਤੁਰਨੇ ਸ਼ੁਰੂ ਹੋ ਗਏ। ਹੁਣ ਛੋਟਾ ਤੇ ਹੈ ਨਹੀਂ ਸੀ, 35 ਕੋਸ ਲੰਬਾ ਸੀ ਉਹ। ਹਾਂਜੀ। ਚੜ ਕਰ ਬੋਲੇ ਦੀਨ ਦਇਆਲਾ, ਸੁਣੋ ਬੈਨ ਮਰਦਾਨਾ ਬਾਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਉਸ ਮੱਛ ਦੇ ਉੱਪਰ ਤੁਰੇ ਜਾਂਦੇ ਨੇ ਤੇ ਨਾਲੇ ਆਪਣੇ ਸੇਵਕਾਂ ਨੂੰ ਪੁੱਛਦੇ ਨੇ, ਭਾਈ ਮਰਦਾਨੇ ਨੂੰ, ਬਾਲੇ ਨੂੰ। ਹਾਂਜੀ। ਅਬ ਕਾ ਪਰਹਾਨ ਗਮਣੇ ਜਾਹੀ, ਭੇਦ ਲਖਿਓ ਕਹਿ ਦੋ ਤੁਮ ਨਾਹੀ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਇਹ ਦੱਸੋ ਆਪਾਂ ਕਿਹਦੇ ਉੱਤੇ ਤੁਰੇ ਜਾਂਦੇ ਆ? ਸਮੁੰਦਰ ਦੇ ਵਿੱਚ ਇੱਕ ਸਤਾ ਹੈ, ਇਹ ਕਿਹਦੀ ਸਤਾ ਹੈ ਜਿਹਦੇ ਉੱਤੇ ਆਪਾਂ ਤੁਰ ਰਹੇ ਹਾਂ? ਪਾਣੀ ਤਾਂ ਹੈ ਨਹੀਂ। ਕੀ ਤੁਹਾਨੂੰ ਇਹਦਾ ਭੇਦ ਹੈ? ਕੀ ਤੁਹਾਨੂੰ ਇਹਦੇ ਸਮਝ ਆਈ ਵੀ ਆਪਾਂ ਕਿਹੜੀ ਚੀਜ਼ ਜਿਹਦੇ ਉੱਤੇ ਤੁਰੇ ਜਾ ਰਹੇ ਹਾਂ ਸਮੁੰਦਰ ਦੇ ਵਿੱਚ? ਹਾਂਜੀ। ਮੈਂ ਤਬ ਕਹਿਓ ਨਾ ਹਮ ਕਛ ਜਾਪੇ, ਤੁਮਰੀ ਗਤ ਤੁਮ ਜਾਨੋ ਆਪੇ। ਤੇ ਸੇਵਾਦਾਰ ਕਹਿਣ ਲੱਗੇ, ਕਹਿੰਦੇ ਬਾਬਾ ਤੁਹਾਡੀ ਗਤ ਤੁਸੀਂ ਜਾਣੋ, ਤੁਹਾਡੇ ਭੇਦ ਤੁਸੀਂ ਜਾਣੋ, ਸਾਡੀ ਸਮਝ ਤੋਂ ਬਾਹਰ ਹੈ। ਅਸੀਂ ਨਹੀਂ ਇਸ ਭੇਦ ਨੂੰ ਸਮਝ ਪਾ ਰਹੇ ਵੀ ਅਸੀਂ ਕਿਸ ਚੀਜ਼ ਦੇ ਉੱਤੇ ਤੁਰ ਰਹੇ ਹਾਂ। ਹਾਂਜੀ। ਹਮਰੀ ਅਲਪ ਬੁੱਧ ਕਿਆ ਜਾਣੇ, ਤੁਮ ਪਰਮੇਸ਼ਰ ਪੁਰਖ ਮਹਾਨੇ। ਹਮਰੀ ਅਲਪ ਬੁੱਧ ਕਿਆ ਜਾਣੇ, ਸਾਡੀ ਅਲਪ ਬੁੱਧੀ ਹੈ, ਇਹ ਕੀ ਜਾਣੇ? ਸਾਡੀ ਬੁੱਧੀ ਨੂੰ ਕੀ ਪਤਾ ਹੈ? ਛੋਟੀ ਮੱਤ ਵਾਲੇ ਆ,
ਸਾਨੂੰ ਬ੍ਰਹਿਮੰਡ ਬਾਰੇ ਕੀ ਪਤਾ ਹੈ, ਜੀਵਾਂ ਬਾਰੇ ਕੀ ਪਤਾ ਹੈ, ਨਾ ਸਾਨੂੰ ਸਮੁੰਦਰ ਬਾਰੇ ਪਤਾ ਹੈ। ਦੇਖੋ ਇਹ ਵੀ ਤਾਂ ਆਖਰ ਬੱਚੇ ਨੂੰ ਇੱਕ ਦਿਨ ਸਮਝਾਇਆ ਜਾਂਦਾ ਹੈ ਨਾ ਕਿ ਜੇ ਪਾਣੀ ਥੋੜੀ ਥਾਂ 'ਚ ਖਲੋਤਾ ਹੋਵੇ ਤੇ ਉਹਨੂੰ ਤਲਾਬ ਕਹੀਦਾ, ਬਹੁਤ ਵੱਡੀ ਥਾਂ ਵਿੱਚ ਖਲੋਤਾ ਹੋਵੇ ਪਾਣੀ ਤੇ ਝੀਲ ਕਹੀਦਾ। ਵਗਦੇ ਪਾਣੀ ਨੂੰ ਝੀਲ ਨਹੀਂ ਕਹੀਦਾ, ਵਗਦਾ ਪਾਣੀ ਜਾਂ ਨਦੀ ਹੋਏਗੀ ਜਾਂ ਦਰਿਆ ਹੋਏਗਾ। ਖਲੋਤਾ ਪਾਣੀ ਝੀਲ ਹੁੰਦਾ, ਜਿਵੇਂ ਚੰਡੀਗੜ੍ਹ ਸੁਖਨਾ ਝੀਲ ਹੈ, ਉਹ ਪਾਣੀ ਖਲੋਤਾ ਹੋਇਆ ਹੈ, ਕਈ ਮੀਲਾਂ 'ਚ ਹੈ ਤੇ ਝੀਲ ਹੋ ਗਈ। ਛੋਟੀ ਹੁੰਦੀ ਤਾਂ ਲੋਕਾਂ ਨੇ ਕਹਿ ਦੇਣਾ ਸੀ ਇਹ ਤਲਾਬ ਹੈ ਜੀ, ਛੱਪੜ ਹੈ ਜੀ, ਇਹ ਕੋਈ ਟੋਬਾ ਹੈ ਜੀ। ਸਰੋਵਰ ਸ਼ਬਦ ਜਿਹੜਾ ਸਿਰਫ ਇੱਕ ਗੁਰਦੁਆਰੇ ਨਾਲ ਰਿਲੇਟਡ ਹੈ। ਉਹ ਅਸਥਾਨ ਜਿਹੜੇ ਗੁਰੂ ਸਾਹਿਬਾਨਾਂ ਨੇ ਜਿਨ੍ਹਾਂ ਦੀ ਰਚਨਾ ਕੀਤੀ ਉਹਨਾਂ ਨੂੰ ਅਸੀਂ ਸਰੋਵਰ ਕਹਿੰਦੇ ਆ। ਬਾਹਰ ਦੀ ਦੁਨੀਆ ਦੇ ਵਿੱਚ ਜਿਹੜੇ ਸ਼ਬਦ ਉਹ ਕੁਝ ਹੋਰ ਨੇ। ਹੁਣ ਆਪਾਂ ਸਰੋਵਰ ਨੂੰ ਟੋਬਾ ਨਹੀਂ ਕਹਿ ਸਕਦੇ। ਇਹ ਟੋਬੇ, ਇਹ ਤਲਾਬ ਕੀ ਹੁੰਦੇ ਨੇ? ਇਹ ਹੁੰਦੇ ਨੇ ਜਿੱਥੇ ਦਰਿਆ ਬਰਸਾਤਾਂ ਦੇ ਪਾਣੀ ਭਰ ਜਾਂਦੇ ਨੇ ਤੇ ਪੂਰਾ ਸਾਲ 6 ਮਹੀਨੇ ਖਲੋਤੇ ਰਹਿੰਦੇ ਨੇ। ਹੁਣ ਉਹ ਕਹਿੰਦੇ ਜੀ ਸਾਨੂੰ ਕੀ ਪਤਾ ਕੀ ਹੈ। ਹੁਣ ਸਮੁੰਦਰ ਵੀ ਕਿਸੇ ਨੇ ਵੇਖਿਆ ਹੋਵੇ ਤੇ ਕਵੇ ਨਾ ਵੀ ਇਹ ਸਮੁੰਦਰ ਹੈ। ਦਰਿਆ ਦੀ ਜਿਹੜੀ ਪਹਿਚਾਣ ਹੈ, ਨਦੀ ਦੀ ਜਿਹੜੀ ਪਹਿਚਾਣ ਹੈ, ਉਹ ਤਾਂ ਜਦੋਂ ਕੋਈ ਕਰੇਗਾ, ਵੇਖੇਗਾ ਤੇ ਉਹਨੂੰ ਸਮਝ ਆਏਗੀ ਵੀ ਇਦਾਂ ਦੀ ਹੋਵੇ ਤੇ ਉਹਨੂੰ ਨਦੀ ਕਹੀਦਾ, ਇਦਾਂ ਦੀ ਹੋਵੇ ਤੇ ਉਹਨੂੰ ਦਰਿਆ ਕਹੀਦਾ। ਤੇ ਜੇ ਜਿਹਦਾ ਪਾਰਾਵਾਰ ਹੀ ਕੋਈ ਨਹੀਂ ਉਹਨੂੰ ਸਮੁੰਦਰ ਕਹੀਦਾ। ਹਾਂਜੀ। ਸੋ ਹਮ ਲਖੈ ਜੇ ਆਪ ਲਖਾਵੋ, ਦੇਖੈ ਸੋ ਜੋ ਆਪ ਦਿਖਾਵੋ। ਹਮ ਲਖੈ ਜੇ ਆਪ ਲਖਾਵੋ। ਅਸੀਂ ਤਾਂ ਜਾਣਾਂਗੇ ਜੇ ਤੁਸੀਂ ਜਣਾਓਗੇ, ਤਾਂ ਤੁਸੀਂ ਦੱਸੋਗੇ ਤੇ ਸਾਡੇ ਪੱਲੇ ਵੀ ਕੁਝ ਪੈ ਜਾਏਗਾ। ਸਿੱਖ ਨੇ ਗੁਰੂ ਤੋਂ ਸਿੱਖਣਾ ਹੈ, ਗੁਰੂ ਤੋਂ ਪੁੱਛਣਾ ਹੈ, ਤੇ ਜੋ ਗੁਰੂ ਦੱਸ ਦਵੇ ਉਹਦੇ ਤੇ ਭਰੋਸਾ ਵੀ ਕਰਨਾ ਹੈ। ਉਸ ਅਰਥ ਭਾਵ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਕਰਨਾ ਹੈ। ਹਾਂਜੀ। ਗੁਰੂ ਪਣੈ ਇਹ ਮੱਛ ਮਹਾਨਾ, ਕਿਤੇ ਕਾਲ ਕੇ ਕਰਤ ਭਿਆਨਾ। ਸਤਿਗੁਰੂ ਕਹਿਣ ਲੱਗੇ ਜਿਹਦੇ ਤੇ ਆਪਾਂ ਤੁਰੇ ਜਾ ਰਹੇ ਹਾਂ ਇੱਕ ਮੱਛ ਹੈ, ਕਿਤੇ ਕਾਲ ਕੇ ਕਰਤ ਭਿਆਨਾ। ਤੇ ਵੇਖੋ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਤੁਰੇ ਹੀ ਜਾ ਰਹੇ ਹਾਂ ਤੇ ਮੱਛ ਮੁੱਕ ਹੀ ਨਹੀਂ ਰਿਹਾ, ਇੰਨਾ ਲੰਬਾ ਮੱਛ ਹੈ। ਹਾਂਜੀ। ਆਗੇ ਕਿਤੀ ਦੂਰ ਲਓ ਲਖੀਐ, ਚਲੋ ਭਲੀ ਬਿਦ ਸੋ ਇਹ ਪਿਖੀਐ। ਅੱਗੇ ਵੀ ਬਹੁਤ ਲੰਬਾ ਅਜੇ ਰਹਿੰਦਾ ਹੈ। ਚਲੋ ਭਾਈ ਤੁਰੇ ਆਓ, ਵੇਖਦੇ ਹਾਂ ਆਪਾਂ ਵੀ ਇਹ ਮੱਛ ਕਿੰਨਾ ਕੁ ਲੰਬਾ ਹੈ। ਹਾਂਜੀ। ਜਾਏ ਸੀਸ ਪਰ ਕੀਨੋ ਡੇਰਾ, ਤਬ ਮਰਦਾਨੇ ਮੁਖ ਤਹ ਹੀਰਾ। ਹੁਣ ਜਦੋਂ ਅਖੀਰ ਤੇ ਪਹੁੰਚੇ ਉੱਥੇ ਸਤਿਗੁਰੂ ਜੀ ਨੇ ਆਸਣ ਲਾ ਲਿਆ। ਆਸਣ ਲੱਗਾ ਤੇ ਭਾਈ ਮਰਦਾਨੇ ਨੇ ਵੇਖਿਆ ਵੀ ਇਹ ਤੇ ਮੱਛ ਹੈ, ਇਹ ਤੇ ਕੋਈ ਬਲਾ ਹੈ। ਹੁਣ ਜੇ ਉਹਦੀ ਲੰਬਾਈ ਏਡੀ ਹੋਏਗੀ ਤੇ ਮੂੰਹ ਕਿੱਡਾ ਵੱਡਾ ਹੋਏਗਾ। ਉਹਦਾ ਬੜਾ ਵੱਡਾ ਮੂੰਹ ਦਾ ਆਕਾਰ ਵੇਖਿਆ। ਹਾਂਜੀ। ਪਸਰਿਓ ਦੀਸਤ ਵੱਡੋ ਆਕਾਰਾ, ਦੀਰਘ ਲੋਚਣ ਕੇ ਬਿਸਤਾਰਾ। ਬੜੀਆਂ ਬੜੀਆਂ ਮੋਟੀਆਂ ਇਹਦੀਆਂ ਅੱਖਾਂ ਨੇ, ਬੜਾ ਵੱਡਾ ਇਹਦੇ ਮੂੰਹ ਦਾ ਆਕਾਰ ਹੈ। ਭੈ ਕਰ ਉਰ ਬਿਸਮਾਦਿਓ, ਅਸ ਬਿਦ ਬਚਨ ਅਲਾਏ। ਭਾਈ ਮਰਦਾਨਾ ਬੜਾ ਵਿਸਮਾਦਿਤ ਹੋਇਆ, ਹੈਰਾਨ ਹੋਇਆ। ਬੜੀ ਵੱਡੀ ਅਚਰਜਤਾ ਮਨ ਵਿੱਚ ਆਈ ਵੀ ਇਹ ਕੀ, ਇਹ ਕੌਤਕ ਤੇ ਬਾਬੇ ਨਾਨਕ ਦੇ ਹੀ ਹੋ ਸਕਦੇ ਨੇ। ਏਡੇ ਵੱਡੇ ਮੱਛ ਤੇ ਤੁਰ ਲੈਣਾ, ਫਿਰ ਉਹਦੇ ਮੂੰਹ ਤੇ ਜਾ ਕੇ ਤੇ ਆਸਣ ਲਾ ਲੈਣਾ ਆਪਣਾ। ਇੱਥੇ ਭੈ ਕਰ ਉਰ ਬਿਸਮਾਦੇ ਹੋ, ਅਸਬਿਦ ਬਚਨ ਅਲਾਏ, ਤੇ ਮਨ ਵਿੱਚ ਡਰ ਵੀ ਭਰ ਗਿਆ।
ਵੀ ਜੇ ਇਹ ਮੂੰਹ ਖੋਲ ਕੇ ਸਾਨੂੰ ਅੰਦਰ ਸੁੱਟ ਲਵੇ ਤੇ ਲੱਭੇਗਾ ਕੀ? ਕੁਝ ਵੀ ਨਹੀਂ। ਇੰਨੇ ਲੰਬੇ ਮੱਛ ਦੇ ਪੇਟ ਚੋਂ ਕੌਣ ਕੱਢੇਗਾ ਤੇ ਕੌਣ ਬਚਾਏਗਾ? ਹਾਂਜੀ। ਸ਼੍ਰੀ ਗੁਰ ਤੁਮਰੀ ਕੁਦਰਤਾਂ ਤੁਮ ਹੀ ਕੋ ਬਣ ਆਏ। ਇਹ ਤਾਂ ਸਤਿਗੁਰੂ ਤੁਹਾਡੀਆਂ ਕੁਦਰਤਾਂ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਭੇਦ ਤੁਸੀਂ ਜਾਣਦੇ ਹੋ, ਤੁਹਾਡੀਆਂ ਵਡਿਆਈਆਂ ਤੁਸੀਂ ਆਪ ਜਾਣਦੇ ਹੋ। ਹਾਂਜੀ। ਜਾਮਣ ਬਸੇ ਭਾਈ ਪੁਨ ਭੋਰਾ ਮੱਛ ਦੇ ਛੁੱਟ ਪਲਟੀ ਔਰਾ। ਜਾਮਣ ਬਸੇ ਭਈ ਪੁਨ ਭੋਰਾ। ਰਾਤ ਬੀਤ ਗਈ, ਸਵੇਰ ਹੋਈ, ਜਦੋਂ ਅਗਲਾ ਦਿਨ ਚੜ੍ਹਿਆ। ਹਾਂਜੀ। ਉਸਤਤ ਕਹਿਤ ਕਰੀ ਪਦ ਬੰਦਨ ਚਿਤਾਨੰਦ ਤਨ ਦੁੰਦ ਨਿਕੰਦਨ। ਸਵੇਰ ਹੋਈ ਤੇ ਜਿਹੜਾ ਮੱਛ ਸੀ ਉਹਦਾ ਸਰੀਰ ਪਲਟ ਗਿਆ। ਕੱਲ ਤੱਕ ਉਹਦਾ ਸਰੀਰ ਇੱਕ ਮੱਛ ਵਾਲਾ ਸੀ, ਮਗਰ ਮੱਛ ਵਾਲਾ। ਗੁਰੂ ਨਾਨਕ ਸਾਹਿਬ ਦੇ ਚਰਨ ਪੈ ਉਹਦੇ ਸਰੀਰ ਦੇ ਉੱਪਰ, ਉਹਦੀ ਦੇਹ ਪਲਟ ਗਈ। ਮੱਛ ਦੇ ਛੁੱਟ ਪਲਟੀ ਔਰਾ ਉਸਤਤ ਕਹਿਤ ਕਰੀ ਪਦ ਬੰਧਨ ਚਿਤਾਨੰਦ ਤਨ ਦੁੰਦ ਨਿਕੰਦਨ। ਹੁਣ ਇਹਨੇ ਸਰੀਰ ਆਪਣਾ ਪਲਟਿਆ, ਚੇਤਨ ਤੇ ਆਨੰਦ ਰੂਪ ਗੁਰੂ ਨਾਨਕ ਦੀ ਉਸਤਤ ਵੀ ਕੀਤੀ, ਮੱਥਾ ਵੀ ਟੇਕਿਆ। ਇਹਦਾ ਸਰੀਰ ਮਨੁੱਖ ਵਾਲਾ ਬਦਲ ਗਿਆ, ਮੱਛ ਤੋਂ ਸਰੀਰ ਹੀ ਪਲਟ ਗਿਆ। ਇੱਕ ਮਨੁੱਖ ਦੇ ਰੂਪ ਵਿੱਚ ਸਤਿਗੁਰਾਂ ਦੇ ਸਾਹਮਣੇ ਇਹਨੇ ਆ ਕੇ ਨਮਸਕਾਰ ਕੀਤੀ। ਹਾਂਜੀ। ਸ਼੍ਰੀ ਪਰਮਾਤਮ ਦੇਵਨ ਦੇਵੰ ਲਖੈ ਨ ਸਕੈ ਕੋ ਰਾਵ ਰਪੇਵੰ। ਕਹਿਣ ਲੱਗਾ ਜੀ ਤੁਸੀਂ ਪਰਮਾਤਮਾ ਹੋ, ਤੁਸੀਂ ਦੇਵਤਿਆਂ ਦੇ ਮਹਾਨ ਦੇਵਤੇ ਹੋ, ਤੁਹਾਡਾ ਭੇਦ ਇਸ ਸੰਸਾਰ ਵਿੱਚ ਕੋਈ ਨਹੀਂ ਜਾਣ ਸਕਦਾ, ਕਿਸੇ ਨੂੰ ਨਹੀਂ ਪਤਾ ਤੁਹਾਡਾ ਭੇਵ ਕੀ ਹੈ। ਤੁਹਾਡੇ ਭੇਦ ਨੂੰ, ਤੁਹਾਡੀ ਗਤਮਿਤ ਨੂੰ ਕੋਈ ਨਹੀਂ ਜਾਣ ਸਕਦਾ। ਹਾਂਜੀ। ਤੇ ਹੈ ਬਲੋਕ ਬੇਦੀ ਕੁਲ ਕੇਤਾ ਬੋਲੇ ਬਚਨ ਬੂਝਣੇ ਹੇਤਾ। ਤਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਮਨੁੱਖਾ ਸਰੀਰ ਵਿੱਚ ਪਲਟੇ ਹੋਏ ਉਸ ਮੱਛ ਨੂੰ ਪੁੱਛਦੇ ਨੇ ਵੀ ਤੂੰ ਹੈ ਕੌਣ ਹੈ, ਤੇਰੀ ਕਹਾਣੀ ਕੀ ਹੈ ਬਈ? ਰਾਤ ਤੂੰ ਮੱਛ ਸੀ, ਅਸੀਂ ਤੇਰੇ ਉੱਤੇ ਸੁੱਤੇ ਆ, ਸਵੇਰ ਹੋਈ ਹੈ ਤੇ ਤੂੰ ਬੰਦਾ ਬਣ ਕੇ ਸਾਡੇ ਸਾਹਮਣੇ ਪ੍ਰਗਟ ਹੋ ਗਿਆ। ਕੌਣ ਅਹੈ ਤੂੰ ਕਹੋ ਬੁਝਾਈ ਕੈਸੇ ਮਛ ਦੇਹ ਵੱਡ ਪਾਈ। ਤੂੰ ਕੌਣ ਹੈ, ਤੇਰਾ ਪਿਛੋਕੜ ਕੀ ਹੈ? ਇਹ ਮੱਛ ਵਾਲੀ ਜੂਨੀ ਜਾਂ ਇਹ ਦੇਹ, ਇਹ ਸਰੀਰ ਤੈਨੂੰ ਕਿਵੇਂ ਮਿਲਿਆ, ਕਿਹਨੇ ਦਿੱਤਾ? ਏਡਾ ਵੱਡਾ ਮੱਛ ਤੇ ਕੋਈ ਧਰਤੀ ਤੇ ਹੁੰਦਾ ਹੀ ਨਹੀਂ। ਇਹ ਗੱਲ ਮੰਨੀ ਗਈ ਹੈ ਕਿ ਜਿਹੜੇ ਲੰਬੇ ਤੋਂ ਲੰਬੇ ਮੱਛ ਦੁਨੀਆ ਨੇ ਵੇਖੇ ਨੇ, ਮੱਛੀਆਂ ਵੇਖੀਆਂ ਨੇ, ਉਹ 50-60 ਫੁੱਟ ਤੋਂ ਲੰਬੀਆਂ ਨਹੀਂ ਹੈਗੀਆਂ। ਅਗਰ ਕਿਸੇ ਨੇ ਕੋਈ ਮੱਛ ਵੇਖਿਆ ਵੀ ਹੈ ਤੇ 50-60 ਫੁੱਟ ਤੋਂ ਬਾਅਦ ਵੱਡੀ ਨਹੀਂ ਹੁੰਦੀ। 50 ਫੁੱਟ ਹੋ ਗਈ, 60 ਫੁੱਟ ਹੋ ਗਈ, ਪਰ ਐਡਾ ਵੱਡਾ ਸਰੀਰ ਤੈਨੂੰ ਕਿਵੇਂ ਮਿਲਿਆ ਬਈ? ਤੈਨੂੰ ਇਹੋ ਜੀ ਦੇਹ ਜਿਹੜੀ ਸੀ ਇਹ ਕਿਉਂ ਮਿਲੀ? ਕਿੱਦਾਂ ਤੂੰ ਮੱਛ ਬਣਿਓ? ਆਪਣੀ ਗਾਥਾ ਤੇ ਸੁਣਾ। ਹਾਂਜੀ। ਤਿਹ ਤਜ ਧਾਰਿਓ ਦੇਹ ਨਵੀਨਾ ਪਟ ਭੂਖਨ ਸੁਠ ਪਹਿਰ ਪ੍ਰਬੀਨਾ। ਪਰ ਜਦੋਂ ਇਹਨੇ ਦੇਹ ਪਲਟੀ, ਨਵੇਂ ਕੱਪੜੇ, ਨਵੇਂ ਗਹਿਣੇ, ਐ ਬਿਲਕੁਲ ਸੱਜ ਧੱਜ ਦੇ ਨਾਲ ਸਵਰਿਆ ਸਜਿਆ ਹੋਇਆ ਤੂੰ ਸਾਡੇ ਸਾਹਮਣੇ ਪ੍ਰਗਟ ਹੋ ਗਿਆ। ਹੁਣ ਕੀ ਹੋਇਆ? ਇਹ ਸਰੀਰ ਤੈਨੂੰ ਕਿਵੇਂ ਮਿਲਿਆ? ਇਹ ਜਿਹੜਾ ਪਲਟਾ ਹੋਇਆ ਹੈ ਮੱਛ ਤੋਂ ਮਨੁੱਖ ਵਾਲਾ, ਭਾਈ ਇਹਦੀ ਵਿਥਿਆ ਸੁਣਾ। ਹਾਂਜੀ। ਬੋਲੇ ਹੋ ਤਬੈ ਸੁਣੋ ਭਗਵੰਤਾ ਤੁਮ ਜਾਣਤ ਸਭ ਵਿਦ ਬਿਰਤੰਤਾ। ਕਹਿਣ ਲੱਗਾ हे ਭਗਵੰਤ, ਤੁਹਾਡੇ ਤੋਂ ਕੀ ਗੁੱਝੀ ਛੰਨੀ ਬਾਤ ਹੈ?
ਤੁਹਾਡੇ ਤੋਂ ਕੋਈ ਛੁਪੀ ਹੋਈ ਗੱਲ ਮੈਂ ਨਹੀਂ ਸਮਝਦਾ ਵੀ ਤੁਹਾਨੂੰ ਪਤਾ ਹੀ ਨਹੀਂ ਹੈ। ਤੁਹਾਡੀ ਕਰਾਮਾਤ ਨਾਲ ਤੇ ਇਹ ਸਾਰਾ ਕੁਝ ਵਾਪਸ ਮੁੜਿਆ। ਤੁਸੀਂ ਅੰਤਰਜਾਮੀ ਹੋ, ਤੁਸੀਂ ਜਾਣਦੇ ਹੋ। ਹਾਂਜੀ। ਅਪਰ ਸੁਨਾਵਣ ਕੇ ਹਿਤ ਗਾਥਾ, ਮੋਰ ਸਾਥ ਬੂਝੋ ਜਗਨਾਥਾ। ਜੇ ਸਤਿਗੁਰੂ ਦੂਜਿਆਂ ਨੂੰ ਸੁਣਾਉਣੀ ਹੈ ਤੇ ਮੈਂ ਸੁਣਾ ਦਿੰਦਾ। ਜੇ ਤੁਸੀਂ ਚਾਹੁੰਦੇ ਵੀ ਤੁਹਾਡੇ ਨਾਲ ਦੇ ਵੀ ਸੁਣ ਲੈਣ, ਦੁਨੀਆ ਨੂੰ ਵੀ ਪਤਾ ਲੱਗੇ, ਕਿਉਂਕਿ ਇਹ ਗੱਲ ਪ੍ਰਗਟ ਤਾਂ ਹੋਏਗੀ, ਤੇ ਮੈਂ ਜ਼ਰੂਰ ਬੋਲ ਕੇ ਦੱਸ ਦਿੰਦਾ। ਹਾਂਜੀ। ਤ੍ਰੇਤੇ ਜੁਗ ਭਾਜਨਕ ਬਦੇਹੀ, ਤਹ ਸੇਵਕ ਹਉ ਸੇਵਕ ਰੇਹੀ। ਕਹਿਣ ਲੱਗਾ ਜੀ ਤ੍ਰੇਤੇ ਯੁੱਗ ਵਿੱਚ ਜਿਹੜਾ ਜਨਕ ਹੋਇਆ ਉਹ ਬਦੇਹ ਹੋ ਗਿਆ ਸੀ, ਸਰੀਰ ਵਿੱਚ ਰਹਿੰਦਾ, ਸਰੀਰ ਤੋਂ ਮੁਕਤ ਹੋ ਗਿਆ ਸੀ, ਤੇ ਮੈਂ ਉਸ ਵੇਲੇ ਉਹਦਾ ਸੇਵਕ ਹੋਇਆ ਕਰਦਾ ਸੀ, ਉਹਦਾ ਟਹਿਲੂਆ ਸੀ, ਮੈਂ ਉਹਦੀ ਆਓ ਭਗਤ ਵਿੱਚ ਰਹਿੰਦਾ ਸੀ, ਹਮੇਸ਼ਾ ਉਹਦੀ ਮੈਂ ਟਹਿਲ ਕਦਮੀ ਕਰਦਾ ਸੀ। ਹਾਂਜੀ। ਇੱਕ ਦਿਨ ਕਾਜ ਕਰਨ ਕੁਛ ਭਾਖਾ, ਕੀ ਨ ਤਬੇ ਮੈਂ ਰਿਸ ਉਰ ਰਾਖਾ। ਇੱਕ ਦਿਨ ਜਨਕ ਜੀ ਨੇ ਮੈਨੂੰ ਕੋਈ ਕੰਮ ਕਿਹਾ ਕਿ ਜਾ ਬਈ ਆ ਕੰਮ ਕਰਕੇ ਆ, ਤੇ ਕਹਿੰਦਾ ਮੇਰੇ ਮਨ ਵਿੱਚ ਗੁੱਸਾ ਆਇਆ ਵੀ ਇਹ ਪਤਾ ਨਹੀਂ ਮੈਨੂੰ ਵਿਹਲਾ ਬਹਿਣ ਹੀ ਨਹੀਂ ਦੇਣਾ ਚਾਹੁੰਦਾ। ਹੁਣ ਮਸਾਂ ਮੈਂ ਕੰਮ ਤੋਂ ਵਿਹਲਾ ਹੋ ਕੇ ਬੈਠਾ, ਕਹਿੰਦਾ ਫਿਰ ਕੰਮ ਕਰ। ਕਹਿੰਦਾ ਮੇਰੇ ਮਨ ਵਿੱਚ ਰੋਸ ਆਇਆ। ਜਦੋਂ ਮਨ ਵਿੱਚ ਰੋਸ ਆਉਂਦਾ ਹੈ ਨਾ, ਗਿਲਾ ਸ਼ਿਕਵਾ ਆਉਂਦਾ ਹੈ, ਤੇ ਸਾਡੇ ਅੰਦਰ ਇਹ ਫਿਜ਼ੀਕਲੀ ਵੀ ਹੁੰਦਾ ਹੈ। ਸਾਡੀ ਜਿਹੜੀ ਬਾਡੀ ਲੈਂਗੁਏਜ ਉਹ ਸਾਰੀ ਬਦਲ ਜਾਂਦੀ ਹੈ। ਗੁੱਸਾ ਹੋਵੇ ਤੇ ਬੁੱਲ ਫਰਕਣੇ ਸ਼ੁਰੂ ਹੋ ਜਾਂਦੇ ਨੇ, ਅੱਖਾਂ ਲਾਲ ਹੋ ਜਾਂਦੀਆਂ ਨੇ, ਬਲੱਡ ਦੀ ਜਿਹੜਾ ਬਲੱਡ ਹੈ ਉਹਦੀ ਸਰਕੂਲੇਸ਼ਨ ਵੱਧ ਜਾਂਦੀ ਹੈ। ਤੁਸੀਂ ਵੇਖਿਆ ਹੋਣਾ ਕਈ ਬੰਦੇ ਗੁੱਸੇ 'ਚ ਹੋ ਕੇ ਐਵੇਂ ਕਰੀ ਜਾਣਗੇ, ਪੁੱਛੋ ਵੀ ਤੈਨੂੰ ਕੀ ਹੋਇਆ, ਉਦੋਂ ਹੀ ਕਹੀ ਜਾਣਗੇ ਨਾ ਨਾ ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ, ਭਾਵੇਂ ਫੜਿਆ ਕਿਸੇ ਨੇ ਵੀ ਨਾ ਹੋਵੇ, ਉਹਦੇ ਰੌਲਾ ਪਾ ਦੇਣਗੇ ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ। ਕਹਿੰਦਾ ਜਦੋਂ ਵੀ ਸਾਡੇ ਮਨ ਵਿੱਚ ਰੋਸ ਆਏਗਾ ਤੇ ਉਹਦਾ ਸਾਡੇ ਸਰੀਰਕ ਅੰਗਾਂ ਦੇ ਉੱਤੇ ਪ੍ਰਭਾਵ ਪਵੇਗਾ, ਸਾਡੀ ਮਨੋਦਸ਼ਾ ਵੀ ਬਦਲੇਗੀ, ਸਾਡੀ ਜਿਹੜੀ ਸਾਹ ਪ੍ਰਣਾਲੀ ਹੈ ਉਹ ਵੀ ਫਾਸਟ ਹੋ ਜਾਏਗੀ, ਬਲੱਡ ਦੀ ਸਰਕੂਲੇਸ਼ਨ ਵੀ ਵੱਧ ਜਾਏਗੀ। ਕਹਿੰਦਾ ਮੇਰੇ ਮਨ ਵਿੱਚ ਰੋਸ ਆਇਆ ਵੀ ਇਹ ਮੈਨੂੰ ਬੈਠਣ ਹੀ ਨਹੀਂ ਦੇਣਾ ਚਾਹੁੰਦਾ। ਬੈਠਾ ਤੇ ਕਹਿੰਦਾ ਜੀ ਹੁਣ ਇਹ ਕੰਮ ਕਰਕੇ ਆ। ਹਾਂਜੀ। ਜਨਕ ਜਾਣ ਮਨ ਬਚਨ ਬਖਾਨਾ, ਤਰਫ ਮੀਨ ਜਿਉ ਕਾਜ ਕਰਾਨਾ। ਤਾਂ ਉਸ ਜਨਕ ਨੇ ਸਮਝ ਲਿਆ ਵੀ ਮੈਂ ਇਹਨੂੰ ਕੰਮ ਕਹਿਣਾ ਤੇ ਕੰਮ ਇਹ ਖੁਸ਼ ਹੋ ਕੇ ਨਹੀਂ ਕਰਦਾ। ਜਦੋਂ ਕੰਮ ਕਹਿਣਾ ਉਦੋਂ ਹੀ ਇਹ ਤੜਫਣਾ ਸ਼ੁਰੂ ਕਰ ਦਿੰਦਾ, ਔਖਾ ਭਾਰਾ ਜਿਹਾ ਹੋ ਕੇ ਕੰਮ ਕਰਦਾ ਤੇ ਤੜਫਦਾ ਐਵੇਂ ਜਿਵੇਂ ਮੱਛੀ ਤੜਫਦੀ ਹੈ। ਹੁਣ ਇਹ ਸ਼ਾਇਦ ਆਪਾਂ ਨੂੰ ਸਾਡੇ ਲਈ ਬੜੀ ਵੱਡੀ ਉਦਾਹਰਨ ਹੈ ਕਿ ਜਦੋਂ ਵੀ ਸਾਡੇ ਮਨ ਵਿੱਚ ਰੋਸ ਆਏਗਾ, ਗੁੱਸਾ ਆਏਗਾ, ਕ੍ਰੋਧ ਆਏਗਾ, ਤੇ ਵਾਕਈ ਗੱਲ ਠੀਕ ਹੈ, ਜਿਵੇਂ ਪਾਣੀ ਤੋਂ ਬਾਹਰ ਮੱਛੀ ਤੜਫਦੀ ਹੈ, ਕਰ ਤੇ ਸਕਦੀ ਕੁਝ ਨਹੀਂ, ਪਰ ਉਹ ਜਿੰਨੇ ਕੁ ਜੋਗੀ ਹੈਗੀ ਹਿੱਲਦੀ ਤੇ ਹੈ ਨਾ। ਤੋ ਜਨਕ ਕਹਿਣ ਲੱਗਾ ਵੀ ਕਿਉਂ ਮੱਛੀ ਵਾਂਗੂ ਤੜਫਦਾ ਹੈ ਬਈ, ਜਦੋਂ ਕੰਮ ਕਹੀ ਉਦੋਂ ਹੀ ਤੇਰੀ ਹਾਲਤ ਹੋ ਜਾਂਦੀ ਹੈ। ਹਾਂਜੀ। ਤਿਨ ਕੇ ਬਚਨ ਮੀਨ ਤਨ ਪਾਇਓ, ਤੁਮਰੇ ਚਰਨ ਪਰਸ ਛੁਟਕਾਇਓ। ਬਸ ਇੰਨਾ ਹੀ ਫਰਕ ਹੈ ਕਿ ਜਨਕ ਦੇ ਬਚਨਾਂ ਨਾਲ ਮੱਛੀ ਦਾ ਸਰੀਰ ਮਿਲਿਆ ਤੇ ਤੁਹਾਡੇ ਚਰਨ ਪਏ ਤੇ ਮੇਰੀ ਜੂਨੀ ਛੁੱਟ ਗਈ, ਮੇਰਾ ਭਲਾ ਹੋ ਗਿਆ। ਇਹ ਤੁਹਾਡੇ ਚਰਨਾਂ ਦੀ ਬਰਕਤ ਹੈ, ਇਹ ਤੁਹਾਡੇ ਚਰਨਾਂ ਦਾ ਪ੍ਰਤਾਪ ਹੈ, ਇਹ ਤੁਹਾਡੇ ਚਰਨਾਂ ਦੀ ਮਹਿਮਾ ਹੈ ਕਿ ਤੁਹਾਡੇ ਚਰਨ ਮੇਰੇ ਸਰੀਰ ਤੇ ਪਏ ਤੇ ਮੇਰਾ ਸਰੀਰ ਹੀ ਪਲਟ ਗਿਆ, ਬਦਲ ਗਿਆ। ਹਾਂਜੀ। ਅਸ ਕਹਿ ਦੇਵ ਸਦਨ ਕੋ ਗਇਓ, ਜਨਕ ਸਰਾਪ ਤੇ ਛੂਟਤ ਭਇਓ। ਇਉਂ ਉਹ ਜਿਹੜਾ ਵਿਅਕਤੀ ਸੀ ਉਹ ਦੇਵ ਲੋਕ ਨੂੰ ਚਲਾ ਗਿਆ, ਉਹਦੀ ਮੁਕਤੀ ਹੋ ਗਈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਇਹ ਪ੍ਰਤਾਪ ਹੈ
ਇਹ ਵਡਿਆਈ ਹੈ। ਜਦੋਂ ਸਤਿਗੁਰੂ ਦੀ ਬਾਣੀ ਪੜ੍ਹਨੀ ਨਾ, ਇਹ ਚੇਤਾ ਰੱਖਿਆ ਕਰੋ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮੇਰੇ ਗੁਰੂ ਨੇ ਚਰਨ ਰੱਖ ਦਿੱਤੇ ਨਾ, ਜਿੱਥੇ ਮੇਰੇ ਗੁਰੂ ਦਾ ਮੁਬਾਰਕ ਪੈਰ ਟਿਕ ਗਿਆ। ਤੁਹਾਨੂੰ ਪਤਾ ਹੈ ਪੌਂਟਾ ਸਾਹਿਬ ਦਾ ਅਸਲ ਨਾਮ ਕੀ ਹੈ? ਅਸਲ ਨਾਮ ਹੈ ਉਹਦਾ ਪਾਵਟਾ। ਜਿੱਥੇ ਗੁਰੂ ਕਲਗੀਧਰ ਨੇ ਆਪਣਾ ਪਾਂਵ ਟਿਕਾਇਆ, ਉਹ ਪਾਵਟਾ ਬਣ ਗਿਆ। ਇਹ ਪੌਂਟਾ ਸਾਹਿਬ ਨਹੀਂ ਹੈ, ਪਾਵਟਾ ਸਾਹਿਬ ਹੈ। ਉਧਰੋਂ ਸਾਡੀ ਆਦਤ ਹੈ ਨਾ, ਸ਼ਹਿਰ ਦਾ ਨਾਂ ਤੇ ਅੰਮ੍ਰਿਤਸਰ ਹੈ ਤੇ ਸਾਰੇ ਅੰਮ੍ਰਿਤਸਰ ਹੀ ਕਹੀ ਜਾਂਦੇ ਨੇ। ਅੰਮ੍ਰਿਤਸਰ ਕੋਈ ਵਰਡ ਹੀ ਨਹੀਂ ਹੈਗਾ। ਅਗਰ ਕਿਸੇ ਨੂੰ ਅਸਲ ਸਪੈਲਿੰਗ ਨਾ ਪਤਾ ਲੱਗਣ ਤੇ ਕੋਈ ਆਦਮੀ ਨਹੀਂ ਲੱਭ ਸਕੇਗਾ ਵੀ ਅੰਮ੍ਰਿਤਸਰ ਕਿੱਥੇ ਹੈ। ਤੁਸੀਂ ਸਟੇਸ਼ਨ ਤੇ ਖੜੇ ਹੋ ਜਾਓ, ਬੱਸ ਅੱਡੇ ਤੇ ਖੜੇ ਹੋ ਜਾਓ, ਡਰਾਈਵਰ ਤੋਂ ਲੈ ਕੇ ਕਨੈਕਟਰ ਤੋਂ ਲੈ ਕੇ ਕੁੱਲੀ ਤੱਕ ਅੰਮ੍ਰਿਤਸਰ 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 ਅੰਮ੍ਰਿਤਸਰ, ਕੋਈ ਨਹੀਂ ਕਹਿੰਦਾ ਅੰਮ੍ਰਿਤਸਰ। ਜਦੋਂ ਲਿਖੋਗੇ ਤਾਂ ਅੰਮ੍ਰਿਤਸਰ, ਭਾਵੇਂ ਪੰਜਾਬੀ 'ਚ ਲਿਖੋ, ਅੰਗਰੇਜ਼ੀ 'ਚ ਲਿਖੋ, ਜਿਹੜੀ ਮਰਜ਼ੀ ਭਾਸ਼ਾ 'ਚ ਲਿਖੋ, ਲਿਖਣਾ ਅੰਮ੍ਰਿਤਸਰ ਪਵੇਗਾ। ਤੋ ਜਿਹੜਾ ਅਸਲ ਸ਼ਬਦ ਹੈ ਉਹ ਅੰਮ੍ਰਿਤਸਰ ਹੈ। ਇਵੇਂ ਜਿਹੜਾ ਅਸਲ ਸ਼ਬਦ ਹੈ ਉਹ ਪਾਵਟਾ ਹੈ, ਉਹ ਪੌਂਟਾ ਨਹੀਂ ਹੈ। ਉਹ ਮੱਛ ਜਿਹਨੂੰ ਮੁੜ ਵਾਪਸ ਮਨੁੱਖਾ ਜੂਨੀ ਪ੍ਰਾਪਤ ਹੋਈ, ਕਹਿਣ ਲੱਗਾ ਜੀ ਇਹ ਤੇ ਤੁਹਾਡੇ ਚਰਨਾਂ ਦਾ ਪ੍ਰਤਾਪ ਹੈ ਕਿ ਮੇਰੀ ਜਿਹੜੀ ਜਨਕ ਨੇ ਸਰਾਫ ਦਿੱਤਾ ਸੀ, ਉਹ ਮੱਛ ਵਾਲੀ ਦੇਹੀ ਜਿਹੜੀ ਹੈ ਉਹ ਪਲਟ ਗਈ, ਮੇਰੀ ਉਹ ਜੂਨੀ ਕੱਟ ਗਈ, ਮੇਰਾ ਉਹ ਸਰਾਫ ਕੱਟ ਗਿਆ। ਹਾਂਜੀ। ਬਹੁਰੋ ਆਗੇ ਕੀਨ ਪਿਆਨਾ, ਚਲਤੇ ਮਗ ਬੋਲਿਓ ਮਰਦਾਨਾ। ਅਸ ਕੈ ਦੇਵ ਸਦਨ ਕੋ ਗਇਓ, ਜਨਕ ਸਰਾਫ ਤੇ ਛੂਟਤ ਭਇਓ। ਬਹੁਰੋ ਆਗੇ ਕੀਨ ਪਿਆਨਾ, ਚਲਤੇ ਮਗ ਬੋਲਿਓ ਮਰਦਾਨਾ। ਹੁਣ ਇਹ ਕੌਤਕ ਭਾਈ ਮਰਦਾਨੇ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਸਾਰੀ ਰਾਤ ਮੱਛ ਤੇ ਸੁੱਤੇ ਆ, ਸਵੇਰੇ ਪਤਾ ਲੱਗਾ ਵੀ ਇਹ ਤੇ ਬੰਦਾ ਸੀ, ਇਹਦੇ ਸ਼ਰਾਬ ਭੋਗ ਰਿਹਾ ਸੀਗਾ। ਇਹ 84 ਲੱਖ ਜੂਨਾਂ ਚੋਂ ਇੱਕ ਜੂਨੀ ਨਹੀਂ ਸੀ, ਇਹ ਤੇ ਇੱਕ ਸ਼ਰਾਫ ਸੀ, ਕਿਸੇ ਮੁਨੀ ਦਾ, ਕਿਸੇ ਸਾਧਕ ਦਾ, ਕਿਸੇ ਤਪਸਵੀ ਦਾ। ਹੁਣ ਭਾਈ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਤੇਰੇ ਕੌਤਕ ਤੂੰ ਹੀ ਜਾਣਦਾ ਹੈ, ਮੇਰੇ ਤੋਂ ਰੋਜ਼ ਭੁੱਲ ਹੁੰਦੀ, ਰੋਜ਼ ਵਗਿਆ ਹੁੰਦੀ ਹੈ, ਮੈਂ ਰੋਜ਼ ਤੁਹਾਡੇ ਬਚਨ ਮੋੜ ਲੈਣਾ। ਹਾਂਜੀ। ਸ਼੍ਰੀ ਪ੍ਰਭ ਬਖਸ਼ੋ ਖਤਾ ਹਮਾਰੀ, ਮੈਂ ਨਹਿ ਮਹਿਮਾ ਲਖੀ ਤੁਮਾਰੀ। ਕਹਿਣ ਲੱਗਾ ਜੀ ਮੈਨੂੰ ਮਾਫ ਕਰ ਦਿਓ, ਮੇਰੀ ਭੁੱਲ ਮੈਨੂੰ ਬਖਸ਼ੋ, ਮੈਂ ਤੁਹਾਡੀ ਮਹਿਮਾ ਵੇਖਦਾ ਫਿਰ ਭੁੱਲ ਜਾਣਾ, ਫਿਰ ਕੋਈ ਨਾ ਕੋਈ ਮੇਰੇ ਤੋਂ ਗੁਸਤਾਖੀ ਹੋ ਜਾਂਦੀ ਹੈ। ਹੁਣ ਵੀ ਜਿਹੜੀ ਮੇਰੇ ਤੋਂ ਗਲਤੀ ਹੋਈ ਮੈਨੂੰ ਮਾਫ ਕਰ ਦਿਓ। ਹਾਂਜੀ। ਸਨਮੁਖ ਬਚਨ ਕਹਿਤ ਨਿਤ ਰਹਿਤਾ, ਆਦਰ ਰਾਖਣ ਬਿਦ ਨਹਿ ਲਹਿਤਾ। ਬੜੀ ਵਾਰੀ ਮੈਂ ਬਾਬਾ ਤੁਹਾਡੇ ਅੱਗੇ ਬੋਲ ਪੈਣਾ, ਕਿਸੇ ਨਾ ਕਿਸੇ ਗੱਲ ਦੀ ਜਿੱਦ ਕਰ ਲੈਣਾ, ਚੇਤ ਅਚੇਤ ਮੇਰੇ ਕੋਲੋਂ ਕੋਈ ਨਾ ਕੋਈ ਅਵਗਿਆ ਭੁੱਲ ਇਹ ਰੋਜ਼ ਹੀ ਬਣ ਆਉਂਦੀ ਹੈ। ਹਾਂਜੀ। ਬਿਗਸ ਬਦਨ ਤੇ ਬਚਨ ਉਚਾਰੇ, ਪੂਰਬ ਬਖਸ਼ੋ ਗੁਣੈ ਤੁਮਾਰੇ। ਇਸ ਕਰਕੇ ਬਿਗਸ ਬਦਨ ਤੇ ਬਚਨ ਉਚਾਰੇ, ਪੂਰਬ ਬਖਸ਼ੇ ਗੁਣੇ ਤੁਮਾਰੇ। ਤੇ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ, ਮਰਦਾਨਿਆ ਜਿਹੜੇ ਤੇਰੇ ਪਹਿਲੇ ਗੁਨਾਹ ਸੀ ਉਹ ਤੇ ਅਸੀਂ ਪਹਿਲਾਂ ਹੀ ਮਾਫ ਕਰ ਦਿੱਤੇ, ਹੁਣ ਕਿਹੜੇ ਹੋ ਗਏ ਜਿਹੜੇ ਹੁਣ ਫੇਰ ਮਾਫ ਕਰਨੇ ਨੇ? ਅਸੀਂ ਤੇਰੀ ਭੁੱਲ ਜਿਹੜੀ ਹੈ, ਤੇਰੇ ਗੁਣੇ ਜਿਹੜੇ ਨੇ ਉਹ ਪਹਿਲਾਂ ਹੀ ਬਖਸ਼ ਦਿੱਤੇ ਨੇ। ਪਾਛੇ ਤੇ ਆਪਣੇ ਸੰਗ ਲੀਨੋ,
ਕਿਉ ਸੰਸਾ ਤੁਮ ਔਰ ਮੈਂ ਕੀਨੋ। ਜੇ ਤੇਰੇ ਅਸੀਂ ਔਗਣ ਨਾਮ ਬਖਸ਼ ਦੇ ਤੇ ਤੈਨੂੰ ਅਸੀਂ ਆਪਣੇ ਨਾਲ ਥੋੜਾ ਲੈਣਾ ਸੀ। ਆਪਣੇ ਨਾਲ ਤੇ ਅਸੀਂ ਤੈਨੂੰ ਤਾਂ ਹੀ ਲਿਆਏ ਵੀ ਤੇਰੇ ਔਗਣ ਹੀ ਬਖਸ਼ ਦਿੱਤੇ ਨੇ ਸਾਰੇ। ਇਸ ਕਰਕੇ ਕਿਉਂ ਸੰਸਾ ਤੁਮ ਉਰਮੇ ਕੀਨੋ, ਅੱਜ ਤੇਰੇ ਮਨ 'ਚ ਇਹ ਭਰਮ ਕਿਉਂ ਆਇਆ, ਇਹ ਵਹਿਮ ਕਿਉਂ ਆਇਆ, ਇਹ ਸੰਸਾ, ਇਹ ਡਰ ਤੇਰੇ ਮਨ ਵਿੱਚ ਕਿਉਂ ਪੈਦਾ ਹੋਇਆ। ਬਿਗਸਿਓ ਮਰਦਾਨਾ ਤਬੇ ਚੱਲੈ ਸਿੰਧ ਪਰ ਜਾਏ। ਭਾਈ ਮਰਦਾਨਾ ਬੜਾ ਖੁਸ਼ ਹੋਇਆ ਵੀ ਬਾਬੇ ਨੇ ਤੇ ਮੇਰੇ ਸਾਰੇ ਔਗਣ ਬਖਸ਼ ਦਿੱਤੇ ਨੇ। ਹੁਣ ਸਤਿਗੁਰੂ ਤੁਰੇ ਜਾਂਦੇ ਨੇ, ਚੱਲੇ ਜਾਂਦੇ ਨੇ। ਹਾਂਜੀ। ਤਬ ਖੁਦਾਏ ਮੈਂ ਭੇਦ ਨਹਿ ਇਸ ਬਿਦ ਬਚਨ ਅਲਾਏ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਤੇਰੇ ਵਿੱਚ ਤੇ ਰੱਬ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਤੁਹਾਡੀ ਮਹਿਮਾ ਹੀ ਇੰਨੀ ਵੱਡੀ ਹੈ, ਤੁਹਾਡੀ ਵਡਿਆਈ ਏਡੀ ਵੱਡੀ ਹੈ, ਤੁਹਾਡੇ ਤੇ ਰੱਬ 'ਚ ਭੇਦ ਹੀ ਕੋਈ ਨਹੀਂ, ਫਰਕ ਹੀ ਕੋਈ ਨਹੀਂ ਹੈ। ਹਾਂਜੀ। ਸ਼੍ਰੀ ਗੁਰ ਕਹੈ ਨ ਬਚਨ ਅਲਾਵੋ ਤੂਸ਼ਣ ਮਮ ਪਸਚਾਤੈ ਆਵੋ। ਸ਼੍ਰੀ ਗੁਰ ਕਹੈ ਨਾ ਬਚਨ ਅਲਾਵੋ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਚੁੱਪ ਕਰ ਜਾ। ਉਹਨੂੰ ਪਤਾ ਸੀ ਸਤਿਗੁਰੂ ਨੂੰ ਵੀ ਇਹਨੇ ਇਹੋ ਕੁਝ ਹੀ ਕਹੀ ਜਾਣਾ, ਬਾਬਾ ਤੇਰੇ ਤੋਂ ਵੱਡਾ ਤੇ ਰੱਬ ਵੀ ਕੋਈ ਨਹੀਂ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਬੋਲਣਾ ਨਹੀਂ ਹੈ, ਚੁੱਪ ਕਰਕੇ ਸਫ਼ਰ ਕਰਨਾ ਹੈ। ਤੂਸ਼ਣ ਮਮ ਪਛਤਾਤੇ ਆਵੋ, ਆਉਣਾ ਸਾਡੇ ਮਗਰ ਹੈ ਪਰ ਬੋਲ ਕੇ ਨਹੀਂ ਆਉਣਾ, ਚੁੱਪ ਕਰਕੇ ਤੁਰਨਾ ਹੈ। ਹਾਂਜੀ। हे ਪ੍ਰਭ ਡਰ ਕਾਕੋ ਅਬ ਮੋਹੀ ਤੁਮਰੋ ਸੰਗ ਸਦਾ ਜਾਓ ਹੋਹੀ। ਤੇ ਭਾਈ ਮਰਦਾਨਾ ਕਹਿਣ ਲੱਗਾ ਜੀ ਕਿਉਂ ਚੁੱਪ ਕਰਾਂ, ਕਾਹਦਾ ਡਰ ਹੈ ਮੈਨੂੰ, ਜਦੋਂ ਮੈਂ ਤੁਹਾਡਾ ਮੁੱਢ ਕਦੀਮੀ ਸੇਵਕ ਆ ਤੇ ਤੁਹਾਡੀ ਮੇਰੇ ਤੇ ਖੁਸ਼ੀ ਹੈ ਤੇ ਮੈਨੂੰ ਡਰ ਕਾਹਦਾ ਹੈ। ਬਹੁਰੋ ਭੰਨਤ हे ਪ੍ਰਭ ਡਰ ਕਾਕੋ ਅਬ ਮੋਹੀ ਤੁਮਰੋ ਸੰਗ ਸਦਾ ਜੋ ਹੋਹੀ। ਕਹਿਣ ਲੱਗਾ ਜੀ ਮੈਂ ਤੇ ਸਦਾ ਹੀ ਤੁਹਾਡੇ ਨਾਲ ਆ ਤੇ ਮੈਨੂੰ ਕਾਹਦਾ ਡਰ ਹੈ, ਤੁਸੀਂ ਮੈਨੂੰ ਰੱਖਣ ਵਾਲੇ ਹੋ। ਹਾਂਜੀ। ਬਹੁਰੋ ਭਣਤ ਭਏ ਗਤ ਦਾਏ ਅਗਰਜ ਆਵਤ ਵੱਡੀ ਬਲਾਏ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਨਾ ਬੋਲ, ਗੱਲਾਂ ਨਾ ਕਰ, ਗੱਲਾਂ ਦਾ ਟਾਈਮ ਨਹੀਂ, ਅੱਗੋਂ ਇੱਕ ਬਲਾ ਆ ਰਹੀ ਹੈ, ਗੱਲਾਂ ਦਾ ਵਕਤ ਨਹੀਂ ਹੈ, ਇਹ ਸਮਾਂ ਗੱਲਾਂ ਵਾਲਾ ਨਹੀਂ। ਜਿੱਧਰ ਅਸੀਂ ਜਾ ਰਹੇ ਹਾਂ ਸਾਹਮਣੇ ਤੋਂ ਇੱਕ ਬਹੁਤ ਵੱਡੀ ਬਲਾ, ਕੋਈ ਡਰਾਉਣੀ ਚੀਜ਼ ਜਿਹੜੀ ਹੈ ਉਹ ਹੁਣ ਸਾਡੇ ਸਾਹਮਣੇ ਆਏਗੀ, ਸਾਡੇ ਮੱਥੇ ਲੱਗੇਗੀ। ਰੂਪ ਭਿਆਨਕ ਦੇਹੈ ਬਸੇਖੀ ਡਰ ਪਾਵੈ ਜਿਨ ਅੰਗਣ ਦੇਖੀ। ਭਿਆਨਕ ਰੂਪ ਹੋਵੇਗਾ, ਸਰੀਰ ਬਹੁਤ ਵੱਡਾ ਹੋਵੇਗਾ, ਉਹਦੇ ਅੰਗ ਵੇਖ ਕੇ ਹਰ ਵਿਅਕਤੀ ਡਰ ਜਾਏਗਾ। ਉਹਦੀ ਬਨਾਵਟ ਹੀ ਐਸੀ ਹੋਏਗੀ, ਉਹਦੀਆਂ ਅੱਖਾਂ ਦੀ, ਉਹਦੇ ਮੂੰਹ ਦੀ, ਉਹਦੇ ਹੱਥਾਂ ਪੈਰਾਂ ਦੀ ਬਨਾਵਟ ਹੀ ਐਸੀ ਹੋਏਗੀ ਵੀ ਵਿਅਕਤੀ ਡਰੇਗਾ। ਬੋਲੇ ਹੋ ਭੈ ਧਰ ਕੇ ਮਰਦਾਨਾ ਕਿਉਂ ਅਬ ਅਗਰਜ ਕਰੋ ਪਿਆਨਾ। ਤੇ ਭਾਈ ਮਰਦਾਨਾ ਕਹਿਣ ਲੱਗਾ ਬਾਬਾ ਭਾਈ ਇੱਧਰ ਜਾਣਾ ਹੀ ਕਿਉਂ ਹੈ, ਜੇ ਅੱਗੇ ਕੋਈ ਬਲਾ ਨੇ ਟੱਕਰਨਾ ਹੈ ਤੇ ਆਪਾਂ ਵਾਪਸ ਮੁੜ ਚੱਲਦੇ ਹਾਂ, ਆਪਾਂ ਜ਼ਰੂਰ ਉਹਦੇ ਮੱਥੇ ਲੱਗਣਾ ਹੈ। ਆਪਾਂ ਨੂੰ ਕੀ ਲੋੜ ਹੈ ਕਿਹੋ ਜੀ ਬਲਾ ਜਿਹੜੀ ਹੈ ਉਹਦੇ ਸਾਹਮਣੇ ਜਾਇਆ ਜਾਏ। ਹਾਂਜੀ। ਤੂਰਨ ਹਟ ਕਰ ਚਲੋ ਪਿਛਾਰੀ ਰਾਖੋ ਇਸ ਤੇ ਦੇਹੈ ਹਮਾਰੀ। ਤੇ ਸਤਿਗੁਰੂ ਜਲਦੀ ਕਰੋ ਆਪਾਂ ਵਾਪਸ ਮੁੜੀਏ ਤੇ ਸਾਡੀ ਰੱਖਿਆ ਕਰੋ। ਇਹ ਵੀ ਕੋਈ ਪਤਾ ਨਹੀਂ ਵੀ ਇਹੋ ਜੀ ਬਲਾ ਖਾ ਹੀ ਜਾਏ ਸਾਨੂੰ। ਤੁਸੀਂ ਤੇ ਰੱਬ ਰੂਪ ਹੋ ਪਰ ਅਸੀਂ ਤੇ ਦੁਨਿਆਵੀ ਮਨੁੱਖ ਹਾਂ। ਹਾਂਜੀ। ਭਿਖ ਭਏ ਆਤੁਰ ਕਿਰਪਾ ਨਿਧਾਨਾ ਮੁਸ਼ਕਾਵਤ ਮੁਖ ਬਚਨ ਬਖਾਨਾ। ਹੁਣ ਭਾਈ ਮਰਦਾਨੇ ਦੇ ਮਨ ਵਿੱਚ ਜਦੋਂ ਡਰ ਬੈਠ ਗਿਆ ਤੇ ਸਤਿਗੁਰੂ ਫਿਰ ਮੁਸਕਰਾ ਪਏ, ਫਿਰ ਕਹਿਣ ਲੱਗੇ ਕਿ ਮਰਦਾਨਿਆ ਇੰਨੇ ਡਰ ਵਾਲੀ ਵੀ ਲੋੜ ਨਹੀਂ ਹੈਗੀ। ਹਾਂਜੀ। ਭਾਗੇ ਤੇ ਅਬ ਜਾਏ ਨਾ ਦੇਈ ਧਾਏ ਸਮੀਪ ਪਹੁੰਚ ਗਹਿ ਲਈ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਵੀ ਹੁਣ ਤਾਂ ਅੱਗੇ ਹੀ ਜਾਣਾ ਪਵੇਗਾ, ਜੇ ਪੁੱਛੇ ਮੁੜੇ ਉਹਨੇ ਭੱਜਣ ਵੀ ਨਹੀਂ ਦੇਣਾ।
ਉਹਨੇ ਫੜ ਕੇ ਮੂੰਹ 'ਚ ਪਾ ਲੈਣਾ, ਭੱਜਿਆ ਨਹੀਂ ਜਾਨ ਬਚੇਗੀ। ਹੁਣ ਤਾਂ ਉਹਦੇ ਸਨਮੁਖ ਜਾਣ ਵਿੱਚ ਹੀ ਭਲਾ ਹੈ, ਪਿਛਾਂ ਮੁੜਾਂਗੇ ਤਾਂ ਮਨ ਸਮਝੇਗੀ ਬਲਾ ਵੀ ਇਹ ਡਰ ਗਏ ਨੇ, ਉਹ ਤੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰੇਗੀ। ਹਾਂਜੀ, ਜਾਂ ਤੇ ਆਗੇ ਹੀ ਚਲੋ ਭਲੀ ਕਰੇ ਕਰਤਾਰ। ਸਤਿਗੁਰੂ ਕਹਿਣ ਲੱਗੇ ਇਸ ਕਰਕੇ ਮਰਦਾਨਿਆਂ ਅੱਗੇ ਚੱਲੋ। ਹੁਣ ਜੋ ਰੱਬ ਕਰੇਗਾ ਉਹ ਭਲੀ ਕਰੇਗਾ, ਜੋ ਰੱਬ ਕਰੇਗਾ ਉਹ ਵੇਖੀ ਜਾਏਗੀ। ਜੋ ਰੱਬ ਨੂੰ ਭਾਉਂਦਾ ਹੋਣਾ ਤੇ ਉਹੀ ਹੈ, ਪਰ ਜੋ ਰੱਬ ਕਰੇਗਾ ਉਹ ਚੰਗਾ ਹੀ ਕਰੇਗਾ। ਆਪਾਂ ਨੂੰ ਅੱਗੇ ਹੀ ਚੱਲਣਾ ਚਾਹੀਦਾ ਹੈ। ਕਲ ਸਨਮੁਖ ਆਵਤ ਪਈ ਜਾਹੈ ਵੇਖ ਬਿਕਰਾਰ। ਇਤਨੇ ਨੂੰ ਉਸ ਬਲਾ ਨੇ, ਉਸ ਭਿਆਨਕ ਕਿਸੇ ਚੀਜ਼ ਨੇ ਆਪਾ ਪ੍ਰਗਟ ਕਰ ਦਿੱਤਾ। ਜਿਸ ਬਲਾ ਦੀ ਗੁਰੂ ਨਾਨਕ ਸਾਹਿਬ ਗੱਲ ਕਰਦੇ ਸੀ ਉਹਨੇ ਸਾਹਮਣੇ ਆਪਣਾ ਮੂੰਹ ਖੋਲ ਲਿਆ। ਹਾਂਜੀ, ਮੇਚਕ ਬਰਨ ਅਰਨ ਚਖ ਜਾਂ ਕੇ ਦੀਰਘ ਦਾਤ ਭਿਆਨਕ ਤਾਂ ਕੇ। ਉਹਦੀ ਪਹਿਚਾਨ ਨਿਸ਼ਾਨੀ ਕੀ ਹੈ? ਕਹਿੰਦੇ ਰੰਗ ਬਿਲਕੁਲ ਕਾਲਾ। ਹੁਣ ਅੱਜ ਕਾਲਾ ਕਹੀਏ, ਪਹਿਲਾਂ ਤੇ ਕਾਲਾ ਹੀ ਹੁੰਦਾ ਸੀਗਾ, ਹੁਣ ਨਵਾਂ ਕੰਮ ਚੱਲ ਪਿਆ ਕਾਲਾ ਕਿਹੜਾ ਜੀ, ਕਹਿੰਦੇ ਜੈਡ ਬਲੈਕ। ਹੁਣ ਕਾਲੇ ਦੀਆਂ ਵੀ ਅੱਗੋਂ ਉਹ ਡਿਗਰੀਆਂ ਬਣਾ ਲਈਆਂ ਸੀ। ਰੰਗ ਉਹਦਾ ਕਾਲਾ, ਠੀਕ ਹੈ। ਪਹਿਲਾਂ ਵੀ ਕਹਿੰਦੇ ਸੀ ਕਾਲੇ ਨੂੰ ਸ਼ਾਹ ਕਾਲਾ ਵੀ ਕਹਿ ਦਿੰਦੇ ਸੀ। ਰਾਤ ਅੰਧੇਰੀ ਹੈ, ਪਰ ਜਦੋਂ ਨਾ ਚੰਦਰਮਾ ਆਉਣਾ ਫਿਰ ਕਹਿਣਾ ਵੀ ਕਾਲੀ ਬੋਲੀ ਰਾਤ ਹੈ। ਉਸ ਬਲਾ ਦਾ ਜਿਹੜਾ ਰੰਗ ਸੀ ਉਹ ਸੀ ਮੇਚਕ। ਜਿਵੇਂ ਮਨੁੱਖ ਦੇ ਵਾਲ ਕਾਲੇ ਹੁੰਦੇ ਨੇ ਨਾ, ਕਾਲਾ ਵੀ ਤੇ ਥੋੜਾ ਜਿਹਾ ਚਮਕਣਾ ਵੀ, ਇਦਾਂ ਦਾ ਰੰਗ। ਅਰੁਣ ਚੱਖ ਜਾ ਕੇ, ਚੱਖ ਕਹਿੰਦੇ ਨੇ ਅੱਖਾਂ। ਕਈ ਵਾਰੀ ਜਿਹਨੂੰ ਘੱਟ ਦਿਸੇ ਨਾ ਉਹਨੂੰ ਚੋਖਾ ਜਾਂ ਚੋਖੀ ਵੀ ਆਪਾਂ ਕਹਿ ਦਿੰਦੇ ਆ, ਉਹ ਚੱਖ ਤੋਂ ਹੀ ਹੈ। ਚੱਖ ਅੱਖ ਨੂੰ ਕਹਿੰਦੇ ਨੇ। ਅੱਖਾਂ ਜਿਹੜੀਆਂ ਸੀ ਉਹ ਅਰੁਣ ਸੀ, ਲਾਲ, ਰੰਗ ਕਾਲਾ, ਅੱਖਾਂ ਲਾਲ, ਦੀਰਘ ਦਾਂਤ ਤੇ ਦੰਦ ਸੀ ਉਹਦੇ ਲੰਬੇ ਲੰਬੇ, ਜਿਵੇਂ ਹਾਥੀ ਦੇ ਉਹ ਦੰਦ ਬਾਹਰ ਨੂੰ ਨਿਕਲੇ ਹੁੰਦੇ ਨਾ, ਜਿਹੜੇ ਉਹ ਦਿਖਾਣੇ ਵਾਲੇ ਜਿਹੜੇ ਦਾਂਤ ਹੁੰਦੇ ਨੇ। ਹਾਥੀ ਕੇ ਦਾਂਤ ਦਿਖਾਣੇ ਕੋ ਔਰ ਖਾਣੇ ਕੋ ਔਰ, ਉਹ ਵਿਖਾਉਣ ਵਾਲੇ ਦੰਦਾਂ ਵਰਗੇ ਲੰਬੇ ਲੰਬੇ ਉਹਦੇ ਦੰਦ ਸੀ। ਭਿਆਨਕ ਤਾਂ ਕਿ ਡਰਾਉਣਾ ਰੂਪ ਸੀ ਉਹਦਾ। ਹਾਂਜੀ, ਆਤ ਨਰਨ ਜਹ ਗ੍ਰੀਵਾ ਡਾਰੀ ਘਰ ਮਹਿ ਰਕਤ ਕਪਾਲੀ ਧਾਰੀ। ਉਹਨੇ ਕੀ ਕੀਤਾ ਹੋਇਆ ਕਿ ਮਨੁੱਖੀ ਪੇਟ ਦੀਆਂ ਜਿਹੜੀਆਂ ਆਂਦਰਾਂ ਨੇ, ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਜਿਹੜੇ ਜੋਗੀ ਲੋਕ ਨੇ ਉਹ ਪ੍ਰਾਣਾਯਾਮ ਕਰਦੇ ਨੇ, ਨਿਊਲੀ ਕਰਮ ਕਰਦੇ ਨੇ। ਉਹਨਾਂ ਦਾ ਇੱਕ ਆਸਣ ਇਹ ਹੈ ਵੀ ਪੂਰਾ ਪੇਟ ਮੂੰਹ ਥਾਣੀ ਬਾਹਰ ਕੱਢ ਲੈਂਦੇ ਨੇ ਤੇ ਧੋ ਧਾ ਕੇ ਮੁੜ ਕੇ ਫਿਰ ਅੰਦਰ ਪਾ ਲੈਂਦੇ ਨੇ। ਪਰ ਉਹਨਾਂ ਦਾ ਪੇਟ ਮੇਰੇ ਵਰਗਾ ਨਹੀਂ ਹੁੰਦਾ ਵੀ ਇਕੱਲਾ ਪੇਟ ਦਾ ਵੇਟ ਹੀ 40 ਕਿਲੋ ਹੋਵੇ। ਰਾਮਦੇਵ ਵਰਗੇ ਨੂੰ ਪੇਟ ਬਾਹਰ ਕੱਢਣਾ ਕੀ ਔਖਾ ਹੈ? ਮੇਰੇ ਖਿਆਲ ਤੋਂ ਲੱਭਦਾ ਹੀ ਨਹੀਂ ਉਹਦਾ। ਉਹ ਜਦੋਂ ਐ ਘਾਉ ਜਿਹਾ ਕਰਦਾ ਉਦੋਂ ਲੱਗਦਾ ਵੀ ਇਹਦੇ ਕੁਛ ਨਹੀਂ ਹੈਗਾ ਅੰਦਰ। ਉਹ ਜਿਵੇਂ ਇੰਜਣ ਕੱਢਿਆ ਗੱਡੀ ਹੁੰਦੀ ਨਾ, ਇਦਾਂ ਦਾ ਪੇਟ ਹੈ ਉਹਦਾ। ਹੁਣ ਜੋਗੀ ਲੋਕ ਜਿਹੜੇ ਨੇ ਉਹ ਪੇਟ ਬਾਹਰ ਕੱਢ ਲੈਂਦੇ ਨੇ। ਹੁਣ ਪੇਟ ਦਾ ਬੜਾ ਵੱਡਾ ਤਾਣਾ ਪੇਟ ਹੈ। ਉਸ ਬਲਾ ਨੇ ਆਪਣਾ ਰੂਪ ਕੀ ਬਣਾਇਆ ਵੀ ਜਿਵੇਂ ਉਹਨੇ ਬੜੇ ਮਨੁੱਖ ਖਾਧੇ ਨੇ ਤੇ ਮਨੁੱਖਾਂ ਦੇ ਪੇਟ ਦੀਆਂ ਜਿਹੜੀਆਂ ਆਂਤੜੀਆਂ ਨੇ ਉਹ ਆਪਣੇ ਗਲ ਵਿੱਚ ਪਾਈਆਂ ਹੋਈਆਂ ਨੇ, ਜਿਵੇਂ ਹਾਰ ਪਾਈਦੇ ਨੇ ਨਾ। ਇਹ ਉਹਦੇ ਡਰਾਉਣੇ ਰੂਪ ਦੀ ਕਥਾ ਹੈ। ਰੰਗ ਕਾਲਾ, ਅੱਖਾਂ ਲਾਲ, ਦੰਦ ਲੰਬੇ, ਗਲ ਦੇ ਵਿੱਚ ਮਨੁੱਖੀ ਆਂਤੜੀਆਂ ਦਾ ਉਸਨੇ ਹਾਰ ਪਾਇਆ ਹੋਇਆ ਹੈ। ਆਂਤ ਨਰਨ ਜੇ ਗਰੀਵਾ ਡਾਰੀ ਕਰ ਮੈਂ ਰਕਤ ਕਪਾਲੀ ਧਾਰੀ। ਹੱਥ ਦੇ ਵਿੱਚ ਉਹਨੇ ਇੱਕ ਠੂਠਾ ਫੜਿਆ ਹੋਇਆ, ਖੱਪਰ। ਉਹ ਕਾਹਦੇ ਲਈ? ਲਹੂ ਪੀਣ ਲਈ।
थोड़ी हाईफाई होएगी ना, जिवें वो बाहर वाले ਜਾਂ तो जूस पींदे ने ਜਾਂ फिर सॉफ्ट ड्रिंक पींदे ने, वो वाकई पानी घट पींदे ने। जे पानी पीण भी तो पानी नालों 4 गुना वध उन्हां बर्फ पाई हुंदी गिलास विच। हुण ये जिहड़ी बला है ये पानी नहीं पींदी तो खून ही पींदी है। वो ठूठा हत्थ विच है, आंतड़ियां गले विच ने, रंग काला है, अखां लाल ने, दंद लंबे ने। अज समा समाप्त है, कल लड़ीवार कथा नहीं होएगी क्योंकि भाई तारू सिंह जी का 300 साला जन्म दिहाड़ा आपां मनाउणा है। अद्धे घंटे की कथा होएगी 8 तो 8:30, पर वो भाई तारू सिंह जी के इतिहास नाल ही संबंधित होएगी। लड़ीवार कथा परसों सतगुरु कृपा करन शनिचरवार फिर आपां इस कथा नाल जुड़ीए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।